ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਮੇਰੇ ਨਾਲ ਇਸ ਵਕਤ ਸ਼ਿਵਿੰਦਰ ਜੀ ਜੁੜ ਗਏ ਨੇ। ਸ਼ਿਵ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਾਨਾਲੀ ਸਾਹਿਬ। 2-3 ਮਿੰਟ ਦੇਰੀ ਦੀ ਮਾਫੀ। ਉਹਦਾ ਕਾਰਨ ਇਹ ਹੈਗਾ ਕਿ ਮੈਂ ਇਸ ਸਮੇਂ ਹਰਿਆਣੇ ਵਿੱਚ ਕੁਰੂਕਸ਼ੇਤਰ ਜਗ੍ਹਾ ਦੇ ਵਿੱਚ ਸੀਗਾ ਤੇ ਕੁਰੂਕਸ਼ੇਤਰੀ ਮੈਨੂੰ ਭਾਰਤ ਦੇ ਇਹ ਵੱਡੇ ਪੱਤਰਕਾਰ ਸੀ ਪੁਰੰਜੇ ਗੁਹਾ ਠਾਕੁਰ, ਤਾਂ ਤੁਹਾਨੂੰ ਸ਼ਾਇਦ ਨਾਲ ਜਾਣਦੇ ਹੋ। ਉਹਨਾਂ ਨੇ ਮੈਨੂੰ ਘੇਰ ਲਿਆ, ਤੁਹਾਨੂੰ ਹੁਣੀ ਵਿਦਾ ਕਰਕੇ ਆਇਆ ਜੀ। ਚਲੋ ਕੋਈ ਨਹੀਂ, ਕਹਿੰਦੇ ਤੁਸੀਂ ਤਕੜੇ ਹੋ, ਫਿਰ ਵੀ ਤੁਰੇ ਫਿਰਦੇ ਹੋ। ਕੀ ਖਾਸ ਸੀ ਵੈਸੇ ਕੁਰੂਕਸ਼ੇਤਰ ਅੱਜ? ਫਿਰ ਕੁਰੂਕਸ਼ੇਤਰ ਨਾਰਮਲ ਸੀਗਾ। ਮੈਂ ਐਕਚੁਅਲੀ ਕੱਲ ਦਾ ਆਇਆ ਹੋਇਆ ਸੀ ਕੁਰੂਕਸ਼ੇਤਰ ਆਇਆ ਵੀ ਤੁਹਾਨੂੰ ਪਤਾ ਵੀ ਇੱਕ ਬੜਾ ਸ਼ਾਂਤ ਜਿਹਾ ਇਲਾਕਾ ਇਹ, ਤੇ ਖਾਸ ਕਰਕੇ ਇਹਨੂੰ ਧਰਮ ਨਗਰੀ ਮੰਨਿਆ ਜਾਂਦਾ। ਪਰ ਕਈ ਵਾਰ ਧਰਮ ਨਗਰੀ ਵਿੱਚ ਪ੍ਰੋਟੈਸਟ ਚ ਕਦੇ ਚੰਗੇ ਹੋ ਜਾਂਦੇ ਨੇ। ਕੱਲ ਸ਼ਹੀਦ ਆਜ਼ਮ ਨੂੰ ਵਧੀਆ ਢੰਗ ਨਾਲ ਯਾਦ ਕੀਤਾ ਗਿਆ ਇਸ ਨਗਰੀ ਦੇ ਵਿੱਚ। ਵੈਸੇ ਇੱਕ ਚੀਜ਼ ਹੈ, ਇਹ ਵੀ ਗੱਲ ਕਰਨੀ ਬਣਦੀ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਤਾਂ ਅਸੀਂ ਯਾਦ ਕਰ ਲੈਂਦੇ ਹਾਂ, ਸਾਡੇ ਸਿਆਸਤਦਾਨ ਵੀ ਉਹਨਾਂ ਦੇ ਘਰੇ ਜਾ ਕੇ ਮਿੱਟੀ ਦੀ ਮੁੱਠੀ ਭਰ ਲੈਂਦੇ ਨੇ, ਪਰ ਰਾਜਗੁਰੂ ਤੇ ਸੁਖਦੇਵ ਨੂੰ ਕੋਈ ਸਗੋਂ ਯਾਦ ਤਾਂ ਇਹ ਵੀ ਕਰਨਾ ਬਣਦਾ ਸੀਗਾ ਵੀ ਕੱਲ ਦਾ ਦਿਨ ਲੰਘ ਗਿਆ, ਨਹੀਂ ਤਾਂ ਆਪਾਂ ਕੱਲ ਹੀ ਗੱਲ ਕਰ ਲੈਂਦੇ। ਅੱਜ ਵੀ ਵੈਸੇ ਕਰ ਸਕਦੇ ਹਾਂ। ਨਹੀਂ, ਅੱਜ ਕਰਾਂਗੇ ਜੀ, ਕਿਉਂਕਿ ਕੱਲ ਤਾਂ ਕਹਿ ਦਿੰਦੇ ਵੀ ਅਸੀਂ ਯਾਦ ਕਰ ਲਿਆ ਸੀ। ਹਾਂ, ਤੇ ਗੱਲ ਇਹ ਕਰਨੀ ਬਣਦੀ ਹੈ ਕਿ ਸ਼ਹੀਦ ਆਜ਼ਮ ਦੀ ਜਿਹੜੀ ਆਪਣੀ ਸੋਚ ਕੀ ਸੀਗੀ, ਤੇ ਜਿਹੜੇ ਅੱਜ ਸਿਆਸਤਦਾਨ ਦਾਅਵਾ ਕਰਦੇ ਨੇ ਜਾਂ ਦਮ ਭਰਦੇ ਨੇ ਵੀ ਅਸੀਂ ਜੀ ਭਗਤ ਸਿੰਘ ਦੇ ਵਾਰਿਸ ਆ ਫਲਾਨਾ, ਉਹਨਾਂ ਦੇ ਵਿੱਚ ਤੇ ਭਗਤ ਸਿੰਘ ਦੇ ਵਿੱਚ ਕੀ ਫਰਕ ਹੈ, ਕੀ ਮਤਲਬ ਮੇਨ ਚੀਜ਼ਾਂ ਹੈਗੀਆਂ, ਇਹ ਗੱਲ ਬਿਲਕੁਲ ਹੋਣੀ ਬਣਦੀ ਹੈਗੀ ਆ। ਤੇ ਬਾਕੀ ਇਹ ਕਿ ਬਾਕੀ ਸ਼ਹੀਦਾਂ ਦਾ ਦਰਜਾ ਵੀ ਬਰਾਬਰ ਹੈ ਰਾਜਗੁਰੂ ਦਾ ਵੀ, ਕਿਉਂਕਿ ਦੇਖੋ ਤੁਹਾਨੂੰ ਯਾਦ ਹੈ ਕਿ ਜਦੋਂ ਸ਼ਹੀਦ ਆਜ਼ਮ ਦੀਆਂ ਭਗਤੀ ਜਿਹੜੀਆਂ ਅਸਥੀਆਂ ਸੀ ਨਾ, ਅਸਥੀਆਂ ਨੂੰ ਅਲੱਗ ਕਰਕੇ ਜਲਾਇਆ ਜਾਣਾ ਸੀ ਜਾਂ ਅਲੱਗ ਕਰਕੇ ਉਹਨਾਂ ਦੀ ਯਾਦ ਬਣਾਉਣੀ ਸੀ, ਤਾਂ ਉਹਨਾਂ ਦੀ ਮਾਤਾ ਜੀ ਨੇ ਪਤਾ ਕੀ ਕਿਹਾ ਸੀਗਾ ਵੀ ਇਹ ਜਿਹੜੇ ਤਿੰਨੇ ਮੁੰਡੇ ਆ ਇਹ ਕਦੇ ਇੱਕ ਦੂਜੇ ਨੂੰ ਸਾਥ ਨਹੀਂ ਛੱਡਦੇ ਸੀਗੇ। ਇਹ ਤਿੰਨੇ ਮੁੰਡਿਆਂ ਦੇ ਵਿੱਚ ਆਪਸ ਵਿੱਚ ਇੰਨਾ ਪਿਆਰ ਸੀ, ਉਹਨਾਂ ਨੂੰ ਵੱਖ ਕਿਉਂ ਕੀਤਾ ਜਾ ਰਿਹਾ ਹੈਗਾ। ਸੋ ਇਸ ਕਰਕੇ ਉਹ ਅਸਥੀਆਂ ਇੱਕੋ ਜਗ੍ਹਾ ਤਿੰਨਾਂ ਦੀਆਂ ਸੀਗੀਆਂ। ਫਿਰ ਵੀ ਇੱਥੇ ਹੀ ਨਹੀਂ, ਬਲਕਿ ਜਿਹੜਾ BK ਦੱਤਾ ਜੀ ਨੇ ਭਗਤ ਸਿੰਘ ਦੇ ਨਾਲ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ, ਉਹ ਬਹੁਤ ਬਾਅਦ ਵਿੱਚ ਉਹਨਾਂ ਦੀ ਡੈਥ ਹੋਈ ਹੈ। ਉਹ ਮਤਲਬ 65 ਦੇ ਨੇੜੇ ਤੇ ਉਹਨਾਂ ਦੀ ਡੈਥ ਹੋਈ ਸੀ ਆਜ਼ਾਦੀ ਤੋਂ ਬਾਅਦ, ਤੇ ਉਹਨਾਂ ਦੀ ਵੀ ਅੰਤਿਮ ਇੱਛਾ ਹੀ ਸੀਗੀ ਕਿ ਮੇਰੀ ਵੀ ਸਮਾਧੀ ਉੱਥੇ ਹੀ ਹੋਵੇ ਜਿੱਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ, ਤੇ ਉਹਨਾਂ ਦੀ ਉਹ ਇੱਛਾ ਪੂਰੀ ਹੋਈ ਜੀ। ਵੀ ਜਾਂ ਤਾਂ ਫਿਰ ਲੋਕ ਇਹ ਵੀ ਕਹਿ ਦਿੰਦੇ ਨੇ ਹਜੇ ਸੁਖਦੇਵ ਤੇ ਰਾਜਗੁਰੂ ਦੇ ਜਿਹੜੇ ਸੂਬੇ ਨੇ ਉੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਹਜੇ, ਜਾਂ ਕਹਦੇ ਵੀ ਇਹ ਪਾਰਟੀ ਉਧਰ ਨੂੰ ਹਜੇ ਹੋਈ ਨਹੀਂ, ਵੀ ਜਿਨ੍ਹਾਂ ਨੇ ਉੱਥੇ ਵੀ ਮੁੱਠੀਆਂ ਭਰਨੀਆਂ ਸੀ। ਸੁਖਦੇਵ ਦਾ ਸੂਬਾ ਆਪਣਾ ਹੀ ਸੀ, ਆਪਣੇ ਇੱਥੇ ਪੰਜਾਬ ਦਾ ਹੀ ਸੀ, ਲੁਧਿਆਣੇ ਦਾ। ਤੇ ਜਿਹੜਾ ਰਾਜਗੁਰੂ ਮਹਾਰਾਸ਼ਟਰ ਕੰਨੀ ਦਾ ਸੀਗਾ, ਮਹਾਰਾਸ਼ਟਰ ਕੰਨੀ ਹੋ ਜੂਗੀ ਕੋਈ ਗੱਲ ਨਹੀਂ। ਤਾਂ ਹੁਣ ਚਾਹੁੰਦੀ ਹੈ ਨਾ ਵੀ ਭਗਤ ਸਿੰਘ ਜਾਂ ਹੋਰ ਜਾਂ ਆਪਣੇ ਇਹੋ ਜਿਹੇ ਬ੍ਰਾਂਡ ਪੈਦਾ ਕਰਕੇ ਇਹਨਾਂ ਨੂੰ ਵੀ ਇਹਨਾਂ ਥਰੂ ਅਸੀਂ ਵੀ ਕਾਂਗਰਸ ਨੂੰ ਰਿਪਲੇਸ ਕੀਤਾ ਜਾਵੇ। ਹੁਣ ਖੈਰ ਹੋ ਸਕਦਾ ਵੀ ਮਹਾਰਾਸ਼ਟਰ ਵਿੱਚ ਵੀ ਆਪਣਾ ਕੰਮ ਕਰਦੇ ਨੇ, ਦੇਖਦੇ ਹਾਂ ਜੀ। ਸੋ ਕਹਿੰਦੇ ਜੀ ਆਪਣੇ ਅੱਜ ਮੁੱਖ ਮੰਤਰੀ ਸਾਹਿਬ ਮਿਲੇ ਨੇ, ਮੁੱਖ ਮੰਤਰੀ ਸਾਹਿਬ ਮਿਲੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ, ਕਹਿੰਦੇ ਜੀ ਸਾਡਾ ਪੀਪਾ ਖਾਲੀ ਹੈ, 1 ਲੱਖ ਕਰੋੜ ਰੁਪਏ ਦਾ ਪੈਕੇਜ ਦਿਓ। ਹਾਂਜੀ, ਤੇ ਪਹਿਲਾਂ ਏਜੰਡੇ ਬਾਹਲੇ ਵੱਡੇ ਕਰ ਲਏ ਸੀ, ਉਦੋਂ ਨਹੀਂ ਪਤਾ ਸੀਗਾ ਵੀ ਸਾਡੇ ਕੋਲੇ ਕੀ ਹੈ ਕੀ ਨਹੀਂ। ਦੇਖੋ ਮੈਨੂੰ ਇਹ ਲੱਗਦਾ ਹੈਗਾ ਆਪਣਾ ਦਾਨਾਲੀ ਸਾਹਿਬ, ਇੱਕ ਤਾਂ ਚੀਜ਼ ਹੈ ਕਿ ਠੀਕ ਹੈ ਕਿ ਜਿਹੜੇ ਵੀ ਕਿਸੇ ਮੁੱਖ ਮੰਤਰੀ ਨੇ ਨਾ ਪ੍ਰਧਾਨ ਮੰਤਰੀ ਨੂੰ ਮਿਲਣਾ ਹੁੰਦਾ, ਖੈਰ ਇਹ ਮੇਰੇ ਖਿਆਲ ਪਹਿਲੀ ਮੀਟਿੰਗ ਹੈਗੀ ਇਹਨਾਂ ਦੀ, ਜੇ ਮੈਂ ਗਲਤ ਨਹੀਂ ਹੈਗਾ ਤਾਂ ਸ਼ਿਸ਼ਟਾਚਾਰੀ ਮੁਲਾਕਾਤ ਆਪਾਂ ਕਹਿ ਸਕਦੇ ਹਾਂ। ਸ਼ਿਸ਼ਟਾਚਾਰੀ ਮੁਲਾਕਾਤ ਉਹ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਕਰਨੀ ਹੁੰਦੀ ਆ। ਇਹ ਵੀ ਸੱਚ ਹੈ ਕਿ ਸਾਡੇ ਨਾ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ, ਹਾਲਾਂਕਿ ਹੈ ਤਾਂ ਸੰਘਾਤਮਕ ਪ੍ਰਣਾਲੀ ਹੈ, ਪਰ ਫਿਰ ਵੀ ਕਈ ਗੱਲਾਂ ਦੇ ਵਿੱਚ ਨਾ ਅਸੀਂ ਕੇਂਦਰ ਦੇ ਅੰਡਰ ਹੈਗੇ ਆ ਸਾਰੇ ਸੂਬੇ, ਜਿਹਦੇ ਵਿੱਚ ਹੁਣ ਤਾਂ GST ਕਰਕੇ ਤਾਂ ਕਰ ਹੀ ਲਿਆ ਨਾ। ਹਾਂ, ਹੁਣ ਜਿਹੜਾ GST ਕਰਕੇ ਤਾਂ ਇਹ ਜਿਹੜੀ ਮੋਦੀ ਸਰਕਾਰ ਦੇ ਰੰਗ ਢੰਗ ਆ ਉਹਨਾਂ ਕਰਕੇ ਜਿਹੜਾ ਹੈਗਾ ਕੁਝ ਜ਼ਿਆਦਾ ਹੀ ਹੋ ਗਏ ਨੇ, ਥੱਲੇ ਹੋ ਗਏ ਨੇ। ਪਰ ਹੁਣ ਮਸਲਾ ਇਹ ਹੈਗਾ ਕਿ ਇਹ ਸਾਰੀਆਂ ਗੱਲਾਂ ਵਾਜਬ ਨੇ, ਸਾਨੂੰ ਮੁਲਾਕਾਤ ਕੋਈ ਚੁੱਭਦੀ ਨਹੀਂ। ਪਰ ਇੱਕ ਚੀਜ਼ ਜ਼ਰੂਰ ਹੈਗੀ ਆ, ਜੇ ਸਾਨੂੰ ਮਹਿਸੂਸ ਹੋ ਰਿਹਾ ਵੀ ਭਾਈ ਇੰਨਾ ਪੈਸਾ ਹਾਲੇ ਸਾਡੇ ਸਿਰ ਪਿਆ ਵਾ, ਤਾਂ ਇੰਨੀਆਂ ਐਡਾਂ ਦੀ ਕੀ ਲੋੜ ਹੈਗੀ ਸੀ, ਜਿਹੜੀ ਮੈਂ ਗੱਲ ਕਰਦਾ, ਇੰਨੀ ਇਸ਼ਤਿਹਾਰਬਾਜ਼ੀ ਦੀ ਕੀ ਲੋੜ ਆ। ਤੁਸੀਂ ਨਿੱਕਾ ਜਿਹਾ ਐਲਾਨ ਕਰਦੇ ਹੋ, ਉਹਦੇ ਵੱਡੇ ਪੋਸਟਰ ਲਾ ਦਿੰਦੇ ਹੋ। ਮੋਦੀ ਵੀ ਇਹੀ ਕਰਦਾ ਵੀ ਜਿਹੜੀਆਂ ਸਰਕਾਰਾਂ ਨੇ ਰੂਟੀਨ 'ਚ ਕੰਮ ਕਰਨੇ ਹੁੰਦੇ ਆ, ਤੁਸੀਂ ਰੂਟੀਨ ਵਾਲੀਆਂ ਕਦੋਂ ਐਡ ਕਰਦੇ ਹੋ ਬਈ? ਅੱਛਾ, ਤੁਸੀਂ ਸਹੁੰ ਚੁੱਕਣੀ ਹੈ, 3 ਕਰੋੜ ਤੋਂ ਉੱਪਰ ਰੁਪਈਆ ਤਾਂ ਵੈਸੇ ਹੀ ਲਾ ਦਿੱਤਾ। ਬਾਕੀ ਜਿਹੜੀ ਕਣਕ ਉਜਾੜਤੀ ਵੱਖਰੀ, ਜਿਹੜੇ ਦੂਜੇ ਸੂਬਿਆਂ ਦੇ ਵਿੱਚ, ਹੁਣ ਮੈਂ ਇਹ ਦੇਖ ਰਿਹਾ ਸੀਗਾ, ਉਹਦੇ ਮੈਂ ਤੁਹਾਨੂੰ ਦੱਸਿਆ ਸੀ ਵੀ ਕਰਨਾਟਕ 'ਚ ਐਡ ਲੱਗੀ ਆ, ਪਰ ਉਸ ਤੋਂ ਬਾਅਦ ਵਿੱਚ ਮੇਰੇ ਦੂਜੇ ਸੂਬਿਆਂ ਦੇ ਮਿੱਤਰਾਂ ਨੇ ਮੈਨੂੰ ਕੁਝ ਅਖਬਾਰਾਂ ਦੀਆਂ ਕੱਟੀਆਂ ਭੇਜੀਆਂ, ਉਹਦੀ ਕੇਰਲ ਵਿੱਚ ਐਡ ਲੱਗੀ ਹੋਈ ਹੈ, ਫਰੰਟ ਪੇਜ ਦੀ ਐਡ, ਤੇ ਇਹ ਲੱਗੀ ਹੋਈ ਤੁਹਾਡੇ ਗੁਜਰਾਤ ਦੇ ਵਿੱਚ ਲੱਗੀ ਹੋਈ, ਹਾਂਜੀ, ਕਰਨਾਟਕ ਵਿੱਚ ਲੱਗੀ ਹੋਈ, ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਹੋਈ, ਮਹਾਰਾਸ਼ਟਰ ਦੇ ਵਿੱਚ ਲੱਗੀ ਹੋਈ। ਵਟ ਨੌਨਸੈਂਸ, ਮਤਲਬ ਇਹਨਾਂ ਦੀ ਵੀ ਨਾ ਤਾਂ ਕਰਨਾਟਕ ਤੋਂ ਕਿਸੇ ਨੇ ਤੁਰ ਕੇ ਆਉਣਾ ਸੀ ਤੁਹਾਡੇ ਸ਼ਹੀਦੀ ਸਮਾਗਮ ਦੇ ਵਿੱਚ, ਕਿਉਂਕਿ ਪੰਜਾਬ ਨੂੰ ਇਹਨਾਂ ਨੇ ਜਿਹੜਾ ਹੈਗਾ ਜਿੱਤਣ ਤੋਂ ਬਾਅਦ ਇਹਨਾਂ ਨੇ ਦਿਖਾਉਣਾ ਵੀ, ਦੇਖੋ ਜੀ ਪੰਜਾਬ ਦੇ ਵਿੱਚ ਅਸੀਂ ਆਹ ਕੰਮ ਕਰ ਰਹੇ ਹਾਂ, ਕੋਈ ਬਹੁਤ ਵੱਡਾ ਇਨਕਲਾਬ ਆ ਗਿਆ, ਇਸ ਕਰਕੇ ਸਾਨੂੰ ਦੂਜੇ ਸੂਬਿਆਂ 'ਚ ਵੀ ਵੋਟ ਚਾਹੀਦੀ ਹੈ। ਸਿਰਫ ਪ੍ਰੋਪੇਗੈਂਡਾ ਹੀ ਕਰਨਾ ਸੀ ਨਾ ਆਪਣਾ। ਹੁਣ
ਪਰ ਪ੍ਰੋਪੇਗੈਂਡਾ ਵੀ ਕਰੋ ਭਾਈ, ਫਿਰ ਤਾਂ ਆਪਣੀ ਪਾਰਟੀ ਦਾ ਪੈਸਾ ਖਰਚ ਕਰੋ, ਸਾਡੇ ਪੰਜਾਬ ਦਾ ਕਾਹਤੋਂ ਕਰਦੇ ਹੋ? ਹੁਣ ਜੇ ਪੰਜਾਬ ਦਾ ਕਰਦੇ ਹੋ ਤਾਂ ਫਿਰ ਸਵਾਲ ਇਹ ਹੈਗਾ ਭਾਈ ਕਿ ਤੁਸੀਂ ਜਿਹੜਾ ਹੁਣ ਫਿਰ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਪੈਸੇ ਦੀ ਘਾਟ ਆ, ਪੈਸੇ ਦੀ ਸੱਚੀ ਘਾਟ ਅਸੀਂ ਮੰਨਦੇ ਹਾਂ, ਸਾਡੇ ਸੂਬਾ ਦੇ ਨੂੰ ਜਿਹੜਾ ਕਰਜ਼ੇ ਥੱਲੇ ਆ ਉਹ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਕਰਜ਼ੇ ਥੱਲੇ ਆ, ਪਰ ਨਵਿਆਂ ਨੂੰ ਵੀ ਚਾਹੀਦਾ, ਜੇ ਤੁਸੀਂ ਸੀਰੀਅਸ ਹੋ ਵੀ ਭਾਈ ਜਦੋਂ ਪੈਸੇ ਘੱਟ ਹੁੰਦੇ ਨੇ ਉਦੋਂ ਫਿਰ ਨਾ ਬਹੁਤ ਹੱਥ ਘੁੱਟ ਕੇ ਖਰਚੀਦਾ ਹੁੰਦਾ ਜੀ। ਨਹੀਂ ਵੈਸੇ ਗੱਲ ਇਹ ਹੈ ਨਾ, ਫਿਰ ਹੁਣ ਉੱਥੇ ਦੱਸਣਾ ਕੀ ਚਾਹੁੰਦੇ ਵੀ ਭਾਈ ਅਸੀਂ ਸਰਕਾਰ ਬਣਾ ਲਈ? ਉਹ ਤਾਂ ਵੈਸੇ ਵੀ ਤੁਸੀਂ ਖਬਰਾਂ ਨਾਲ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਮੀਡੀਆ ਨੂੰ ਇਸ ਢੰਗ ਦੇ ਨਾਲ ਵੀ ਹਾਂ ਭਾਈ ਚਲੋ ਲੱਖ 2-2 ਲੱਖ ਦੀ ਆ ਤੁਹਾਨੂੰ ਐਡ ਦੇਤੀ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਦਫ਼ਤਰ ਆ ਉਹਦੇ ਵਿੱਚ ਇੱਕ ਸਟੂਡੀਓ ਤਿਆਰ ਹੋ ਗਿਆ ਐਂਡ ਉਹ ਆਪਰੇਸ਼ਨਲ ਵੀ ਹੋ ਗਿਆ ਕਿ ਉੱਥੇ ਉਹ ਬੋਲਣਗੇ ਤੇ ਤੁਹਾਨੂੰ ਜਿਹੜਾ ਜੀ ਉਹ ਵਰਤਾ ਦਿੱਤੇ ਜਾਊਗੀ ਬਾਈਟਸ ਜਿਹੜੀਆਂ ਸਵਾਲ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਨਹੀਂ, ਕਿਉਂਕਿ ਜੇ ਤਾਂ ਸਾਹਮਣੇ ਬੈਠੋਗੇ ਤਾਂ ਸਵਾਲਾਂ ਦੇ ਜਵਾਬ ਦੇ ਦੇਣਗੇ। ਮੈਨੂੰ ਲੱਗਦਾ ਉਹੀ ਕੇਜਰੀਵਾਲ ਸਾਹਿਬ ਵੀ ਪ੍ਰੈਸ ਕਾਨਫਰੰਸਾਂ ਘੱਟ ਹੀ ਕਰਦੇ ਸੀ, ਆਪਣਾ ਮੀਡੀਆ ਲੈ ਕੇ ਨਾਲ ਚਾਹੁੰਦੇ ਭਗਵੰਤ ਸਿੰਘ ਮਾਨ। ਖਬਰ ਬਹੁਤ ਵੱਡੀ ਖਬਰ ਹੈ ਜਿਹੜੀ ਅੱਜ ਦੇ ਅਖਬਾਰਾਂ 'ਚ ਤੁਸੀਂ ਦੇਖੀ ਹੈ ਕਿ ਵੀ ਸਿੱਧੀ ਆਪ ਹੀ ਇਨਫੋਰਮੇਸ਼ਨ ਦੇ ਦਿਆ ਕਰਨਗੇ ਤੇ ਫਿਰ ਮਤਲਬ ਜੇ ਕੋਈ ਸਵਾਲ ਹੋਇਆ ਕਰੂ ਸਵਾਲ ਨਹੀਂ ਕਰਨਾ। ਮੋਦੀ ਵੀ ਐਂ ਕਰਦਾ, ਮਤਲਬ ਈਵਨ ਜੇ ਇੱਕ ਵਾਰ ਲੋੜ ਪਈ ਸੀ, ਤੁਹਾਨੂੰ ਯਾਦ ਹੋਣਾ ਵੀ ਇੱਕ ਵਾਰ ਇਹਨੇ ਪ੍ਰੈਸ ਨੂੰ ਸੰਬੋਧਨ ਕੀਤਾ ਤੇ ਪੱਤਰਕਾਰਾਂ ਨੇ ਬਹੁਤ ਵੱਡੀਆਂ ਖਬਰਾਂ ਲਾਈਆਂ ਵੀ ਦੇਖੋ ਜੀ ਮੋਦੀ ਸੰਬੋਧਨ ਕਰ ਰਿਹਾ, ਪਰ ਜਦੋਂ ਸਵਾਲ ਦੀ ਗੱਲ ਆਈ ਸਪੀਕਰ ਜਾ ਕੇ ਅਮਿਤ ਸ਼ਾਹ ਦੇ ਵੱਲ ਕਰ ਦਿੱਤਾ। ਹੁਣ ਮਤਲਬ ਜਿਹੜਾ ਕਿ ਇੱਕ ਡੈਮੋਕ੍ਰੈਟਿਕ ਪ੍ਰੈਕਟਿਸ ਦੇ ਵਿੱਚ ਇਹ ਇੱਕ ਫਰਜ਼ ਬਣਦਾ ਹੈਗਾ ਕਿਸੇ ਮੁੱਖ ਮੰਤਰੀ ਦਾ ਜਾਂ ਜਿਹੜੀ ਸਰਕਾਰ ਦਾ ਮੰਤਰੀ ਹੈ ਵੀ ਉਹਨੇ ਮੀਡੀਆ ਦੇ ਰੂਬਰੂ ਹੋਣਾ ਤਾਂ ਸਵਾਲਾਂ ਦਾ ਜਵਾਬ ਦੇਣਾ। ਇਹਦਾ ਮਤਲਬ ਕੀ ਹੈ ਕਿ ਜਿਹੜੀ ਪਾਰਟੀ ਸਵਾਲ ਨੂੰ ਲੈ ਕੇ ਆਈ ਹੈ, ਜਿਹੜੀ ਪਾਰਟੀ ਸਵਰਾਜ ਦੀ ਗੱਲ ਨੂੰ ਕਰਕੇ ਆਈ ਹੈ, ਜਿਹੜੀ ਪਾਰਟੀ ਅੰਦਰੂਨੀ ਡੈਮੋਕ੍ਰੇਸੀ ਨੂੰ ਲੈ ਕੇ ਆਈ ਹੈ, ਉਹ ਪਾਰਟੀ ਕਹਿੰਦੀ ਹੈ ਕਿ ਨਾ ਜੀ ਅਸੀਂ ਮੀਡੀਆ ਦੇ ਰੂਬਰੂ ਨਹੀਂ ਹੋਣਾ। ਇਹ ਵੀ ਕਮਾਲ ਦੀ ਗੱਲ, ਜਿਹੜੀ ਪਾਰਟੀ ਮੀਡੀਆ ਉੱਤੇ ਸਭ ਤੋਂ ਵੱਧ ਪੈਸਾ ਲਾ ਰਹੀ ਹੈ ਉਸੇ ਮੀਡੀਆ ਦੇ ਸਵਾਲਾਂ ਤੋਂ ਵੀ ਬਚ ਰਹੀ ਹੈ। ਇਹ ਗੱਲ ਇਸ ਲਈ ਹੈ ਕਿ ਭਾਈ ਤੁਹਾਨੂੰ ਬੁਰਕੀ ਪਾ ਦਿੱਤੀ ਹੈ, ਇਸ ਕਰਕੇ ਤੁਸੀਂ ਹੁਣ ਸਵਾਲ ਨਹੀਂ ਪੁੱਛਣੇ। ਤਾਜ਼ਾ ਤਰੀਨ ਖਬਰ ਇਹ ਵੀ ਆ ਗਈ, ਕਹਿੰਦੇ ਪੰਜਾਬ ਦੀਆਂ ਚੋਣਾਂ 'ਚ ਹੈਲੀਕਾਪਟਰ ਦੀ ਸਹੂਲਤ ਦੇਣ ਵਾਲੀ ਕੰਪਨੀ ਦੇ ਕਹਿੰਦੇ ਇਨਕਮ ਟੈਕਸ ਦੇ ਛਾਪੇ ਪੈ ਗਏ ਆ ਜੀ। ਇਹ ਤਾਂ ਮਤਲਬ ਜਿਨ੍ਹਾਂ ਨੇ ਹੈਲੀਕਾਪਟਰ ਦੀ ਸਹੂਲਤ ਦਿੱਤੀ ਸੀ ਉਹਦੇ ਤੇ ਪੈ ਗਏ ਹਾਂਜੀ। ਹਾਂ ਉਹਨਾਂ ਦੇ ਪੈ ਗਏ, 30 ਥਾਵਾਂ ਦੇ ਉੱਤੇ ਛਾਪੇ ਪਏ ਆ ਜੀ। 30 ਥਾਵਾਂ ਦੇ ਉੱਤੇ ਛਾਪੇ ਆ, ਦੇਖਦੇ ਆ ਕੱਲ ਤੱਕ ਇਹਦੇ ਵਿੱਚ ਹੋਰ ਕੀ ਪੱਖ ਆਉਂਦੇ ਨੇ ਤੇ ਉਸ ਹਾਲਤ ਵਿੱਚ ਫਿਰ ਮੈਂ ਸੋਹਣੇ ਢੰਗ ਨਾਲ ਗੱਲ ਕਰ ਸਕਦਾ ਤੁਹਾਡੇ ਨਾਲ। ਬਿਲਕੁਲ। ਅੱਛਾ, ਆਪਾਂ ਰਸ਼ੀਆ ਤੇ ਯੂਕਰੇਨ ਦੀ ਗੱਲ ਕੀਤੀ ਸੀ, ਬ੍ਰਿਟਨ ਨੇ ਕਹਿ ਦਿੱਤਾ ਜੀ, ਕਹਿੰਦੇ ਯੂਕਰੇਨ ਨੂੰ 6000 ਮਿਜ਼ਾਈਲਾਂ ਤੇ $33 ਮਿਲੀਅਨ ਦਾ ਫੰਡ ਦੇਵਾਂਗੇ। ਇਹ ਪ੍ਰਾਈਮ ਮਿਨਿਸਟਰ ਨੇ ਜਿਹੜੇ ਇੰਗਲੈਂਡ ਦੇ, ਉਹਨਾਂ ਨੇ ਇਹ ਜਿਹੜਾ ਬੁੱਧਵਾਰ ਦੇਰ ਰਾਤ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਕਹਿੰਦੇ ਇਹ ਵੀ ਚਰਚਾ ਕਿ ਕਹਿੰਦੇ ਇਹ ਵੀ ਗੱਲ ਹੈ ਕਿਤੇ ਵੀਅਤਨਾਮ ਨਾ ਸਿੱਧ ਹੋ ਜਾਵੇ ਰੂਸ ਲਈ ਯੂਕਰੇਨ ਵੀ ਆ। ਬਾਕੀ ਜਿਹੜਾ ਇਹ ਵੋਟਿੰਗ ਵਾਲਾ ਸਿਸਟਮ ਸੀਗਾ ਉਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਕਿ ਤੁਹਾਨੂੰ ਪਤਾ ਵੀ ਭਾਰਤ ਦਾ ਜਿਹੜਾ ਹੈਗਾ ਮੁੱਖ ਜਿਹੜਾ ਹੈਗਾ ਸਲਾਹਕਾਰ ਸੀਗੇ ਉਹ ਉੱਥੇ ਪਹੁੰਚੇ ਹੋਏ ਹੈਗੇ, ਅਮਰੀਕਾ ਪਹੁੰਚ ਚੁੱਕੇ ਨੇ ਕਿਉਂਕਿ ਇੱਥੇ ਸੰਯੁਕਤ ਰਾਸ਼ਟਰ ਮਤੇ ਦੇ ਉੱਤੇ ਵੋਟ ਵਗੈਰਾ ਵੀ ਪੈਣੀ ਹੈਗੀ ਆ। ਸੋ ਉਹਦੇ ਵਿੱਚ ਦੇਖਦੇ ਆ ਵੀ ਭਾਰਤ ਆਪਣਾ ਕੀ ਪੱਖ ਰੱਖਦਾ ਹੈ ਯੂਕਰੇਨ ਦੇ ਮੁੱਦੇ ਦੇ ਉੱਤੇ ਹੀ। ਇਹਦੇ ਤੇ ਜਿਹੜੀ ਹੁਣ ਸਿਆਸਤ ਦੇਖੋ ਉਹਦੇ ਵਿੱਚ ਇਹ ਹੈਗਾ ਕਿ ਭਾਵੇਂ ਕਿ ਤੌਖਲੇ ਤਾਂ ਹੈਗੇ ਨੇ, ਤੁਸੀਂ ਦੇਖੋ ਕਿ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਸਿਵਲ ਸੁਸਾਇਟੀ ਹੈ ਨਾ, ਤਾਂ ਜ਼ਰੂਰ ਰਸ਼ੀਆ ਦੇ ਵਿੱਚ ਵੀ ਤੇ ਯੂਕਰੇਨ ਦੇ ਵਿੱਚ ਵੀ ਉਹ ਇੱਕ ਮੰਗ ਉਠਾ ਰਹੀ ਹੈ ਵੀ ਜਿਹੜੀ ਕਿ ਮੇਰੇ ਖਿਆਲ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਉਹ ਕਹਿ ਰਹੀ ਹੈ ਵੀ ਸਾਨੂੰ ਉਹ ਨਹੀਂ ਚਾਹੀਦਾ ਹੈਗਾ, ਯੁੱਧ ਨਹੀਂ ਚਾਹੀਦਾ ਹੈਗਾ। ਠੀਕ ਹੈ, ਉਹ ਯੁੱਧ ਦੇ ਵਿੱਚ ਹੀ ਹਾਲੇ ਆਵਾਜ਼ ਉੱਠ ਰਹੀ ਹੈ, ਮਤਲਬ ਇਹਨੂੰ ਕਹਿੰਦੇ ਵੀ ਨਫ਼ਰਤ ਸੰਗ ਜਿਹੜੀ ਪਿਆਰ ਦੀ ਜੰਗ ਆ ਉਹ ਆਪਣੇ ਢੰਗ ਨਾਲ ਚੱਲ ਰਹੀ ਆ। ਪਰ ਹੁਣ ਵੱਡਾ ਮਸਲਾ ਕਿ ਇਹ ਜਿਹੜਾ ਸੰਕਟ ਹੈ ਇਹਦੇ ਵਿੱਚ ਇੱਕ ਪ੍ਰਭਾਵਿਤ ਆਪਾਂ ਨੂੰ ਦਿਖ ਹੀ ਰਿਹਾ, ਜਿਵੇਂ ਸਾਡੇ ਆਪਣੇ ਨਿਆਣੇ ਜਿਹੜੇ ਹੈਗੇ ਫਸੇ ਹੋਏ ਸੀਗੇ, ਇਹ ਕੁੱਲ ਆਲਮ ਨੂੰ ਪ੍ਰਭਾਵਿਤ ਕਰਦੀ ਹੈ ਚੀਜ਼। ਲੇਕਿਨ ਹੁਣ ਜਿਹੜੇ ਸਰਕਾਰਾਂ ਨੇ ਜਿਹੜਾ ਤੇਲ ਵਗੈਰਾ ਦੀਆਂ ਕੀਮਤਾਂ ਵਧਾਈਆਂ ਉਹਦੇ ਵਿੱਚ ਇੱਕ ਪੱਖ ਇਹ ਹੈਗਾ, ਉਹ ਪੱਖ ਹੈਗਾ ਵੀ ਦੇਖੋ ਜੀ ਇਹਦੇ ਕਰਕੇ ਅਸੀਂ ਹੋਇਆ ਜੰਗ ਕਰਕੇ ਹੋਇਆ। ਹਾਲਾਂਕਿ ਇਹਦੇ ਵਿੱਚ ਇੱਕ ਪੱਖ ਇਹ ਵੀ ਆ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੇ ਨਾ ਮਨਾ ਮੂੰਹ ਛੋੜ ਦਿੱਤੀ ਹੋਈ ਆ ਸਾਡੀਆਂ ਤੇਲ ਕੰਪਨੀਆਂ ਨੂੰ, ਪਰ ਇਹ ਵੀ ਇੱਕ ਪੱਖ ਹੈ। ਇਸ ਕਰਕੇ ਜਿਹੜਾ ਕੋਈ ਇਸ ਤਰ੍ਹਾਂ ਦਾ ਆਲਮੀ ਸੰਕਟ ਹੁੰਦਾ ਉਹ ਸਾਰੇ ਆਲਮ ਨੂੰ ਪ੍ਰਭਾਵਿਤ ਕਰੇਗਾ, ਨਾ ਕਿ ਉਹਨਾਂ ਦੋ ਮੁਲਕਾਂ ਨੂੰ ਜਿਹਦੇ ਵਿੱਚ ਆਪਸ ਵਿੱਚ ਸਮੱਸਿਆ ਖੜੀ ਹੋਈ ਹੈ। ਸੋ ਇਹ ਚੀਜ਼ ਇੱਕ ਆਪਣੇ ਲਈ ਬਹੁਤ ਵੱਡੀ ਇਹ ਚੀਜ਼ ਹੋ ਗਈ ਹੈ। ਪਰ ਆਪਣੇ ਕਹਿੰਦੇ ਯੂਕਰੇਨ ਵਰਗੀ ਲੜਾਈ ਤਾਂ ਆਪਣੇ ਕਹਿੰਦੇ ਕਾਂਗਰਸ ਦੇ ਵਿੱਚ ਵੀ ਲੱਗੀ ਖੜੀ ਹੈ ਤੇ ਉਧਰ ਅਕਾਲੀ ਦਲ 'ਚ ਵੀ ਰਫੜ ਪਿਆ। ਕਾਂਗਰਸ ਵਾਲੀ ਲੜਾਈ ਤੇ ਅਕਾਲੀ ਦਲ ਵਾਲੀ ਲੜਾਈ ਦੇ ਵਿੱਚ ਇਹ ਹੈ ਕਿ ਹੁਣ ਕਾਂਗਰਸ ਦੇ ਵਿੱਚ ਐਂ ਸੰਕਟ ਆ, ਜਿਵੇਂ ਆਪ ਕੱਲ ਤੁਸੀਂ ਪਰਸੋਂ ਟਵੀਟ ਦੇਖਿਆ ਹੋਣਾ ਸੁਨੀਲ ਜਾਖੜ ਦਾ, ਉਹ ਟਵੀਟ ਇਸ ਕਿ ਦੇਖੋ ਜੀ ਕਿਸੇ ਸੋਨੀਆ ਗਾਂਧੀ ਨੂੰ ਵੈਸੇ ਉਹ ਸੰਬੋਧਨ ਹੋ ਕੇ ਕਹਿ ਰਿਹਾ ਵੀ ਕਿਸੇ ਨੂੰ ਇਹਦਾ ਸਿਰ ਇੰਨਾ ਵੀ ਨਾ ਝੁਕਾਓ ਵੀ ਉਹਦੀ ਦਸਤਾਰ ਜਿਹੜੀ ਲੈ ਜਾਵੇ। ਸੋ ਲਗਾਤਾਰ ਜਾਂ ਫਿਰ ਸਿੱਧੂ ਦਾ ਬਲੇਮ ਹੈ ਵੀ ਦੇਖੋ ਚੰਨੀ ਕਰਕੇ ਹਾਰ ਗਿਆ, ਕਾਂਗਰਸ ਦੇ ਕੁਝ ਹੋਰ ਲੀਡਰਾਂ ਦਾ ਹੈਗਾ ਦੋਸ਼ ਜੀ ਇਹ ਤਾਂ ਸਿੱਧੂ ਕਰਕੇ ਅਸੀਂ ਹਾਰ ਗਏ, ਪਰ ਕੋਈ ਇਹ ਮੰਨਣ ਨੂੰ ਤਿਆਰ ਨਹੀਂ ਅਸੀਂ ਆਪਣੇ ਲੱਛਣਾਂ ਕਰਕੇ ਹਾਰੇ ਹੈਗੇ ਆ। ਤੇ
ਇਹ ਤਾਂ ਆਪਾਂ ਗੱਲ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਵੀ ਜੇ ਕਿਸੇ ਨੇ ਇਹ ਰਿਸਰਚ ਕਰਨੀ ਹੋਵੇ, ਪੱਤਰਕਾਰੀ ਤੇ ਰਾਜਨੀਤੀ ਵਿਗਿਆਨ ਦੇ ਵਿਦਿਆਰਥੀ ਨੇ, ਅੱਜ ਮੈਂ ਪਰੰਜੇ ਗੁਹਾ ਨਾਲ ਵੀ ਉਹੀ ਗੱਲ ਕਰ ਰਿਹਾ ਸੀ ਵੀ ਉਹ ਪੰਜਾਬ ਇੱਕ ਇਹੋ ਜਿਹਾ ਸੂਬਾ ਹੈਗਾ ਵੀ ਉਹਦੇ ਵਿੱਚ ਜਾ ਕੇ ਦੇਖਿਆ ਜਾ ਸਕਦਾ ਵੀ ਜਿੱਤੀ ਹੋਈ ਬਾਜੀ ਕਿਵੇਂ ਹਾਰਨੀ ਹੈਗੀ ਆ। ਤੇ ਹੁਣ ਜਿਹੜਾ ਕਾਂਗਰਸ ਹੈ, ਕਾਂਗਰਸ ਨੇ ਜਦ ਤੱਕ ਖੁਦ ਹੀ ਮਿਥ ਲਿਆ ਵੀ ਅਸੀਂ ਆਪਣੇ ਆਪ ਨੂੰ ਅੱਗੇ ਨਹੀਂ ਵਧਣਾ ਹੈਗਾ, ਵੀ ਸਾਨੂੰ ਜੇਕਰ ਕੋਈ ਹੋਰ ਧਿਰ ਆ ਕੇ ਰਿਪਲੇਸ ਕਰਦੀ ਹੈ ਉਹ ਕਰ ਜਾਵੇ ਤੇ ਅਸੀਂ ਜਿਹੜਾ ਤਿਆਰ ਬੈਠੇ ਹਾਂ। ਜਿਵੇਂ ਫੋਰ ਐਗਜ਼ਾਮਪਲ ਆਮ ਆਦਮੀ ਪਾਰਟੀ ਦੇ ਬਾਰੇ ਇੱਕ ਧਾਰਨਾ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਜਿੱਤਣ ਤੋਂ ਬਾਅਦ ਇਹਨਾਂ ਦੀ ਨਿਗਾਹ ਹੁਣ ਹਿਮਾਚਲ ਉੱਤੇ ਹੈਗੀ ਆ ਤੇ ਹਿਮਾਚਲ ਇੱਕ ਛੋਟਾ ਸੂਬਾ ਸਾਲ ਦੇ ਐਂਡ ਦੇ ਵਿੱਚ ਇਹ ਹਿਮਾਚਲ ਗੁਜਰਾਤ ਦੇ ਵਿੱਚ ਇਲੈਕਸ਼ਨ ਹੋਣੀ ਹੈ। ਗੁਜਰਾਤ ਵਿੱਚ ਭਾਵੇਂ ਕਿ ਉਸ ਤਰ੍ਹਾਂ ਦੀ ਪਰਫਾਰਮੈਂਸ ਨਾ ਹੋਵੇ ਪਰ ਇਹ ਕੋਸ਼ਿਸ਼ ਕਰਨਗੇ ਖੜਨ ਦੀ, ਤਾਂ ਕਰਨਗੇ। ਪਿਛਲੀ ਵਾਰ ਵੀ ਖੜੇ ਸੀਗੇ ਪਰ ਐਤਕੀ ਇਹਨਾਂ ਦੀ ਕੋਸ਼ਿਸ਼ ਹੈਗੀ ਵੀ ਥੋੜਾ ਜਿਹਾ ਕੋਈ ਸੀਟਾਂ ਵੱਲ ਵੀ ਧਿਆਨ ਦਿੱਤਾ ਜਾਵੇ। ਪਰ ਹਿਮਾਚਲ ਛੋਟਾ ਸੂਬਾ ਜਿੱਥੇ 68 ਸੀਟਾਂ ਉੱਥੇ ਕੱਢਣ ਦੀ ਕੋਸ਼ਿਸ਼ ਵਿੱਚ ਵੀ ਕਰਨਗੇ। ਹਰਿਆਣੇ ਵਿੱਚ ਹਿਲਜੁਲ ਸ਼ੁਰੂ ਹੋ ਗਈ ਹੈ। ਹਰਿਆਣੇ ਵਿੱਚ ਇੱਕ ਕਾਂਗਰਸ ਦਾ ਉਪ ਪ੍ਰਧਾਨ ਹੈ ਜਿਹੜਾ ਉਹ ਇਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ, ਆਮ ਆਦਮੀ ਪਾਰਟੀ ਨੇ, ਤੇ ਬਹੁਤ ਸਾਰਿਆਂ ਨੂੰ ਚਿੰਤਾ ਵੀ ਲੱਗੀ ਆ। ਸੋ ਇਸ ਤੱਕ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਵੱਡੀ ਸਮੱਸਿਆ ਇਹ ਹੈਗੀ ਆ ਕਾਂਗਰਸ ਦੀ ਵੀ ਉਹਨਾਂ ਨੇ ਜਿਵੇਂ ਨਾ ਆਪਣੇ ਆਪ ਨੂੰ ਖੁੱਲਾ ਛੱਡ ਦਿੱਤਾ ਵੀ ਸਾਨੂੰ ਜੇਕਰ ਕੋਈ ਹੋਰ ਪਾਰਟੀ ਕਵਰ ਕਰਦੀ ਹੈ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਹੈ ਉਹ ਕਰ ਲਵੇ ਵੀ ਅਸੀਂ ਤਾਂ ਜਿਹੜੇ ਇਹੋ ਜਿਹੇ ਰਹਾਂਗੇ। ਕਿਉਂਕਿ ਜਿੰਨੀ ਵਾਰ-ਵਾਰ ਹਾਰਨ ਤੋਂ ਬਾਅਦ ਜਿਹੜੀ ਗੰਭੀਰਤਾ ਇੱਕ ਪਾਰਟੀ 'ਚ ਦਿਖਣੀ ਚਾਹੀਦੀ ਆ ਉਹ ਇਸ ਪਾਰਟੀ 'ਚ ਨਹੀਂ ਦਿਖ ਰਹੀ ਹੈਗੀ। ਇਸੇ ਕਰਕੇ ਨਾ ਤਾਂ ਇਹਨਾਂ ਦੇ ਪੰਜਾਬ ਇਕਾਈ ਦੇ ਵਿੱਚ ਦੇਖਿਆ ਵੀ ਕੋਈ ਸਮੂਹਿਕ ਜ਼ਿੰਮੇਵਾਰੀ ਵਾਲਾ ਅਹਿਸਾਸ, ਸਮੂਹਿਕ ਤੌਰ ਉੱਤੇ ਅਹਿਸਾਸ ਕਿ ਹਾਂ ਭਾਈ ਅਸੀਂ ਆਪਣੀਆਂ ਪੁਰਾਣੀਆਂ ਗਲਤੀਆਂ ਸੁਧਾਰ ਲਈਏ, ਕੁਝ ਵੀ ਨਹੀਂ ਆ ਰਿਹਾ ਹੈਗਾ। ਇਹਦਾ ਮਤਲਬ ਕੀ ਹੈ ਕਿ ਕਾਂਗਰਸ ਆਪਣੇ ਆਪ ਨੂੰ ਜਿਹੜਾ ਹੈਗਾ ਖੁਦ ਕਹਿੰਦੀ ਹੈ ਕਿ ਅਸੀਂ ਆਪਣੀ ਬਰਬਾਦੀ ਖੁਦ ਆਪਣੇ ਹੱਥੀਂ ਕਰਨਾ ਚਾਹੁੰਦੀ ਹੈ। ਦੂਜਾ ਅਕਾਲੀ ਦਲ ਨੇ ਹੁਣ ਇਹਨਾਂ ਦਿਨਾਂ ਚ ਮਾਝੇ ਦੇ ਵਿੱਚ ਮੀਟਿੰਗਾਂ ਰੱਖੀਆਂ ਹੋਈਆਂ ਹੈਗੀਆਂ ਕਿਉਂਕਿ ਅਕਾਲੀ ਦਲ ਨੂੰ ਹੈਗਾ ਵੀ ਮਾਝਾ ਸਾਡਾ ਇੱਕ ਖਿਲਰ ਗਿਆ, ਮਾਝਾ ਵੀ ਖਿਲਰ ਗਿਆ ਨਾ, ਰੌਲਾ ਤਾਂ ਹੈ ਮਾਝਾ ਵੀ ਖਿਲਰ ਗਿਆ ਜਿਹੜਾ ਕਿ ਪੰਥਕ ਇਲਾਕਾ ਮੰਨਿਆ ਜਾਂਦਾ, ਪੰਥਕ ਜਿਹੜਾ ਹੈਗਾ ਉਹਦੇ ਵਿੱਚ ਆਧਾਰ ਅਕਾਲੀ ਦਲ ਆਪਣਾ ਦਾਅਵਾ ਕਰਦਾ ਹੈਗਾ। ਹੁਣ ਮਾਝਾ ਖਿਲਰਨ ਤੋਂ ਬਾਅਦ ਮਾਝੇ ਦੇ ਲੀਡਰਾਂ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਮੀਟਿੰਗਾਂ ਹੋਣ ਲੱਗੀਆਂ ਨੇ। ਬਾਕੀ ਮਾਲਵਾ ਜਿਹੜਾ ਕਿ ਕਿਸੇ ਸਮੇਂ ਮੰਨਿਆ ਜਾਂਦਾ ਸੀ ਵੀ ਅਕਾਲੀ ਦਲ ਦਾ ਇੱਕ ਆਪਣਾ ਪ੍ਰਭਾਵ ਤਾਂ ਹੈ ਨਾ ਵੋਟ ਦਾ, ਉਹ ਵੀ ਨਿਕਲ ਗਿਆ। ਚਲੋ ਦੁਆਬੇਵਾਦੀ ਉਸ ਤਰ੍ਹਾਂ ਗੱਲ ਪਹਿਲਾਂ ਵੀ ਨਹੀਂ ਸੀਗੀ ਉਨੀ ਜਿੰਨੀ ਹੁੰਦੀ ਹੈ। ਇਹ ਹੁਣ ਜਿਹੜੇ ਦੋ ਇਲਾਕੇ ਖਾਸ ਕਰਕੇ ਮਾਝੇ ਦੀ ਜਿਹੜੀ ਚਿੰਤਾ ਹੈਗੀ ਆ ਹੁਣ ਪੁਰਾਣੇ ਟਕਸਾਲੀ ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਇੱਕ ਨਾ ਅਸੀਂ ਪੁਨਰ ਚਿੰਤਨ ਕੀਤਾ ਜਾਵੇ ਜਿਹਦੇ ਵਿੱਚ ਇਹਨਾਂ ਨੇ ਕੁਝ ਟਕਸਾਲੀ ਆਗੂ ਬੁਲਾਏ ਹੈਗੇ ਨੇ, ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਨੇ। ਪਰ ਹੁਣ ਮਸਲਾ ਇਹ ਹੈਗਾ ਬਾਈ ਜੀ ਕਿ ਜਿੰਨਾ ਚਿਰ ਜਿਹੜਾ ਸਵਾਲ ਟਕਸਾਲੀ ਰਹਿਣ ਕਿਹੜਾ ਦੇਤਾ ਜੀ, ਪਹਿਲੀ ਗੱਲ ਤਾਂ ਮੈਨੂੰ ਇਹ ਹੈ ਦਾਣਾ ਪ੍ਰਕਾਸ਼ ਕਿੰਨੇ ਕੁ ਮਿਲਦੇ ਸਾਨੂੰ। ਹਾਂ ਉਹੀ ਗੱਲ ਮੈਂ ਕਰਨ ਲੱਗਾ ਕਿ ਜਿੰਨਾ ਚਿਰ ਇਹ ਅਹਿਸਾਸ ਨਹੀਂ ਹੁੰਦਾ ਵੀ ਇਹ ਕਿਉਂਕਿ ਹੁਣੇ ਬਣ ਚੁੱਕੀ ਹੈ ਇੱਕ ਪਰਿਵਾਰ ਦੀ ਪਾਰਟੀ ਵਿੱਚ ਤੁਸੀਂ ਕੋਈ ਇਹ ਆਵਾਜ਼ ਨਹੀਂ ਉੱਠਦੀ ਵੀ ਸੁਖਬੀਰ ਸਿੰਘ ਬਾਦਲ ਐਂਡ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਹਾਰ ਲਈ ਜ਼ਿੰਮੇਵਾਰ ਹੈਗਾ। ਜਿੰਨਾ ਚਿਰ ਇਹ ਚੀਜ਼ ਸਾਹਮਣੇ ਨਹੀਂ ਆਉਂਦੀ ਹੈ ਕਿ ਮੈਨੂੰ ਲੱਗਦਾ ਵੀ ਉਦੋਂ ਤੱਕ ਅਕਾਲੀ ਦਲ ਦਾ ਨਾ ਕੋਈ ਬੇੜਾ ਪਾਰ ਨਹੀਂ ਹੋ ਸਕਦਾ। ਹਾਲ ਦੀ ਘੜੀ ਅਕਾਲੀ ਦਲ ਦੀ ਨੇ ਜੇਕਰ ਅੱਗੇ ਵਧਣਾ ਉਹਦੇ ਲਈ ਮੁੱਖ ਚੁਣੌਤੀ ਇਹੀ ਹੋ ਵੀ ਕਿਵੇਂ ਅਕਾਲੀ ਦਲ ਜਿਹੜਾ ਹੈਗਾ ਇੱਕ ਖਾਸ ਪਰਿਵਾਰ ਦੀ ਗ੍ਰਿਫਤ ਵਿੱਚੋਂ ਬਾਹਰ ਨਿਕਲੇ। ਰੌਲਾ ਤਾਂ ਆਹੀ ਹੈ ਨਾ, ਕਿਉਂਕਿ ਗੱਲ ਇਹੀ ਹੈ ਵੀ ਗੇਮ ਖੇਡੀ ਜਾ ਰਹੀ ਹੈ। ਜੇ ਸਵਾਲ ਹੁੰਦੇ ਨੇ ਤਾਂ ਇੱਕ ਬੰਦਾ ਪੱਟ ਲਿਆ ਜਾਂਦਾ, ਕਹਿੰਦਾ ਯਾਰ ਜਿਵੇਂ ਮੈਨੂੰ ਗੱਲ ਯਾਦ ਆ ਗਈ, ਬੜੀ ਤੁਹਾਨੂੰ ਹਰਾਊ ਗੱਲ ਸੁਣਾ ਦੇਣੀ ਵੀ ਚਾਹੀਦੀ ਹੈ। ਪਹਿਲਾਂ ਕਹਿੰਦੇ ਚੋਰੀਆਂ ਬੜੀਆਂ ਹੁੰਦੀਆਂ ਸੀ ਤੇ ਕਿਸੇ ਦੀ ਝੋਟੀ ਚੋਰੀ ਹੋ ਗਈ ਜੀ, ਝੋਟੀ ਚੋਰੀ ਹੋ ਗਈ ਤੇ ਉਹ ਝੋਟੀ ਦਾ ਖੁਰਾ ਜਿਹੜਾ ਸੀਗਾ ਉਹ ਕਿਸੇ ਦੇ ਘਰੇ ਪਹੁੰਚ ਗਿਆ। ਤੇ ਉਹਨੇ ਇੱਧਰ ਉੱਧਰ ਝੋਟੀ ਦਿੱਤੀ ਲੁਕੋ ਤੇ ਪਿੰਡ 'ਚ ਪੰਚਾਇਤ ਇਕੱਠੀ ਹੋ ਗਈ ਪੰਚਾਇਤ ਇਕੱਠੀ ਹੋ ਗਈ। ਉਹ ਕਹਿੰਦੇ ਵੀ ਤੇਰੇ ਘਰੇ ਚੋਰੀ ਬੜੀ ਆ, ਝੋਟੀ ਬੜੀ ਆ ਭਰਾਵਾ, ਤੇ ਤੂੰ ਚੋਰੀ ਕੀਤੀ ਆ, ਤੇਰੀ ਪੈੜ ਹੈਗੀ, ਤੂੰ ਐਂ ਕਰ ਝੋਟੀ ਦੇ ਦੇ। ਉਹ ਮੀਆਂ ਕਹਿੰਦਾ ਯਾਰ ਵੀ ਇਹ ਤਾਂ ਹੱਤਕ ਵਾਲੀ ਗੱਲ ਹੋ ਗਈ ਤੇ ਇਹ ਹੋ ਗਈ। ਨਾਲ ਉਹਨੇ ਮੇਰੇ ਵਰਗੇ ਨੂੰ ਕਹਿਤਾ ਵੀ ਯਾਰ ਪੰਚਾਇਤ ਹੈ ਤੇ ਪੰਚਾਇਤ ਨੇ ਕਹਿਤਾ ਵੀ ਜੇ ਤੂੰ ਸੱਚਾ ਹੈ ਤਾਂ ਮਸੀਤ ਦਾ ਕੁੰਡਾ ਖੋਲ ਦੇ। ਕਹਿੰਦਾ ਮੈਂ ਕਹਿ ਵੀ ਦਿੱਤਾ, ਹੁਣ ਤੂੰ ਮੈਨੂੰ ਬਚਾ, ਕਿਉਂਕਿ ਤੁਹਾਨੂੰ ਪਤਾ ਮੁਸਲਮਾਨ ਝੂਠੀ ਸਹੁੰ ਕਹਿੰਦੇ ਬਹੁਤ ਘੱਟ ਖਾਂਦੇ ਆ। ਮੈਨੂੰ ਤਾਂ ਨਹੀਂ ਪਤਾ ਵੀ ਕਹਾਵਤ ਆ ਪਰ ਕਿਹਾ ਜਾਂਦਾ। ਚਲੋ ਉਹ ਜਦੋਂ ਸਾਰੇ ਹੋ ਗਏ ਕਹਿੰਦਾ ਜੀ ਹਾਂਜੀ ਮੈਂ ਜਿਹੜੀ ਆ ਨਾ ਮਸੀਤ ਦੀ ਕੁੰਡਾ ਖੋਲ ਦਿੰਦਾ, ਮੈਂ ਝੋਟੀ ਚੋਰੀ ਨਹੀਂ ਕੀਤੀ ਤੇ ਨਾ ਹੀ ਮੇਰੇ ਘਰੇ ਝੋਟੀ ਆਈ ਹੈ ਤੇ ਨਾ ਮੈਂ ਚੋਰੀ ਕਰਾਉਣ 'ਚ ਮੇਰਾ ਕੋਈ ਹੱਥ ਹੈ ਵੀ ਮੈਂ ਕਿਸੇ ਵੀ ਤਰ੍ਹਾਂ ਝੋਟੀ ਦੇ ਗੁੰਮਸ਼ੁਦਾ ਹੋਣ ਦੇ ਵਿੱਚ ਜਿਹੜਾ ਮੈਂ ਇਨਕਾਰ ਕਰਦਾ। ਤੇ ਉਹ ਜਦੋਂ ਕੁੰਡਾ ਖੋਲਣ ਲੱਗਾ ਨਾ, ਹੱਥ ਪਾਉਣ ਲੱਗਾ, ਜਿਹੜਾ ਮੇਰੇ ਵਰਗਾ ਨਾਲ ਗਿਆ ਸੀ ਉਹ ਕਹਿੰਦਾ ਰਹਿਣ ਦੇ ਕਿੰਨੇ ਕੁ ਦੀ ਝੋਟੀ ਹੈ। ਕਹਿੰਦਾ ਤੂੰ ਜੇ ਕੁੰਡਾ ਖੋਲ ਲਿਆ ਕਹਿੰਦਾ ਸਾਰੀ ਉਮਰ ਦਾ ਗੁਨੇਗਾਰ ਬਣ ਜਾਏਗਾ, ਤੇਰੀ ਥਾਂ ਤੇ ਝੋਟੀ ਦਾ ਪੈਸਾ ਮੈਂ ਦਿੰਦਾ, ਝੋਟੀ ਦਾ ਪੈਸਾ ਵੀ ਦਿੰਦਾ, ਝੋਟੀ ਦੀ 6 ਮਹੀਨਿਆਂ ਦੀ ਜੁਰਮਾਨੇ ਵਜੋਂ ਖਾਦ ਖੁਰਾਕ ਵੀ ਦਿੰਦਾ ਤੇ ਪੰਚਾਇਤ ਤੋਂ ਮਾਫੀ ਵੀ ਮੈਂ ਮੰਗ ਲੈਂਦਾ ਹੈ ਜੀ। ਉਹ ਬੰਦਾ ਫਿਰ ਮੁੜਿਆ ਆ।
ਹੁਣ ਮੈਨੂੰ ਅਕਾਲੀ ਦਲ 'ਚ ਇਹ ਲੱਗਦਾ ਜਦੋਂ ਸੁਖਬੀਰ ਸਿੰਘ ਬਾਦਲ ਦਾ ਕੋਈ ਅਸਤੀਫਾ ਮੰਗਦਾ ਤਾਂ ਗੱਲ ਹੁੰਦੀ ਹੈ ਨਾ, ਤਾਂ ਮੇਰੇ ਵਰਗਾ ਪਹਿਲਾਂ ਹੀ ਠੱਲਿਆ ਹੁੰਦਾ ਵੀ ਸੁਖਬੀਰ ਸਿੰਘ ਤੇਰੀ ਥਾਂ ਤੇ ਮਾਫੀ ਵੀ ਮੈਂ ਮੰਗ ਲੈਣਾ, ਹਾਰ ਦੀ ਜ਼ਿੰਮੇਵਾਰੀ ਵੀ ਮੈਂ ਲੈ ਲੈਣਾ, ਤੇ ਅਗਲਾ ਪ੍ਰਧਾਨਗੀ ਵਾਸਤੇ ਨਾਂ ਵੀ ਤੇਰਾ ਮੈਂ ਲੈ ਲੈਣਾ। ਤੁਸੀਂ ਦੇਖੋ ਨਾ ਵੀ ਇਹ ਜਿਹੜੀ ਤੁਹਾਡੀ ਗੱਲ ਦੀ ਪੁਸ਼ਟੀ ਵੀ ਕਰਦੀਆਂ ਨੇ ਦੋ ਗੱਲਾਂ। ਜਦੋਂ ਹੁਣ ਤੁਰੰਤ ਇਹਨਾਂ ਨੇ ਚਿੰਤਨ ਕੀਤਾ ਹੈ ਪਹਿਲੀ ਵਾਰ ਵੀ ਦੇਖੋ ਜੀ ਅਕਾਲੀ ਦਲ ਦੀ ਕੋਰ ਕਮੇਟੀ ਬੁਲਾ ਲੈਂਦੇ ਫਲਾਨਾ, ਹਾਲਾਂਕਿ ਟਿਕਟਾਂ ਦੇਣ ਵੇਲੇ ਕੋਰ ਕਮੇਟੀਆਂ ਵਗੈਰਾ ਯਾਦ ਨਹੀਂ ਰਹੀਆਂ ਹੈਗੀਆਂ, ਤੇ ਉਹ ਮਾਹੌਲ ਵੀ ਲੱਗਦਾ ਸੀ ਵੀ ਸ਼ਾਇਦ ਕੋਈ ਆਵਾਜ਼ ਉੱਠੂਗੀ, ਪਰ ਉਹ ਗਾਲਿਬ ਦਾ ਉਹੀ ਸ਼ੇਅਰ ਯਾਦ ਆ ਜਾਂਦਾ ਸਾਨੂੰ ਕਿ ਸੁਨਾ ਥਾ ਗਾਲਿਬ ਕੇ ਉੜेंगे पुर्जे देखने हम भी गए मगर तमाशा ना हुआ। ਤੇ ਉੱਥੇ ਕੋਈ ਤਮਾਸ਼ਾ ਨਹੀਂ ਹੋਇਆ, ਕੋਈ ਗੱਲਬਾਤ ਨਹੀਂ ਹੋਈ। ਸਾਰੇ ਕਹਿੰਦੇ ਨਾ ਜੀ ਸੁਖਬੀਰ ਸਿੰਘ ਬਾਦਲ ਆ ਜਿਹੜਾ ਉਹਦੀ ਅਗਵਾਈ ਵਿੱਚ ਹੀ ਜਿਹੜਾ ਹੈਗਾ ਪਾਰਟੀ ਹੈ ਉਹ ਬਿਲਕੁਲ ਜਿਹਨੂੰ ਕਹਿੰਦੇ ਆ ਵੀ ਵਧੀਆ ਹੈਗੀ ਆ, ਮਹਿਫੂਜ਼ ਹੈਗੀ ਆ। ਸੋ ਉਸ ਤੋਂ ਬਾਅਦ ਵਿੱਚ ਦੂਜੀ ਵਾਰ ਜਿਹੜੇ ਟਕਸਾਲੀਆਂ ਨਾਲ ਮੀਟਿੰਗਾਂ ਕੀਤੀਆਂ, ਜਿਹਨੂੰ ਕਿ ਤੁਹਾਡੇ ਸ਼ਬਦਾਂ ਵਿੱਚ ਆਪਾਂ ਸੋਗਾਲ ਟਕਸਾਲੀ ਵੀ ਕਹਿ ਲੈਂਦੇ ਕਿਉਂਕਿ ਟਕਸਾਲੀ ਰਹੀ ਨਹੀਂ ਜਦੋਂ, ਤੇ ਉਹਦੇ ਵਿੱਚ ਵੀ ਇਹ ਨਾ ਜੀ ਕਿ ਹਾਲ ਦੀ ਘੜੀ ਦਾ ਜੀ ਜਿਹਨੂੰ ਕਹਿੰਦੇ ਆ ਵੀ ਇਹ ਪਰਿਵਾਰ ਜਿਹੜਾ ਬਾਦਲ ਪਰਿਵਾਰ ਹੈ, ਸੁਖਬੀਰ ਸਿੰਘ ਬਾਦਲ ਹੈ ਜਾਂ ਬਾਦਲ ਪ੍ਰਕਾਸ਼ ਸਿੰਘ ਦੀ ਸਰਪ੍ਰਸਤੀ ਹੈ, ਇਹਦੇ ਵਿੱਚ ਅਸੀਂ ਜ਼ਿਆਦਾ ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਪਾਰਟੀ ਆਪਣਾ ਚਿੰਤਨ ਨਹੀਂ ਕਰਨਾ ਚਾਹੁੰਦੀ ਹੈਗੀ, ਤੇ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਪਾਰਟੀ ਬਣ ਚੁੱਕੀ ਹੈ। ਬਿਲਕੁਲ, ਪਰ ਗੱਲ ਇਹ ਹੈ ਨਾ ਜੇ ਤੁਸੀਂ ਪ੍ਰਾਈਵੇਟ ਗੱਲ ਕਰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਕੀ ਕਹਿੰਦੇ, ਪਰ ਅਕਾਲੀ ਦਲ ਦਾ ਤਾਂ ਵੀ ਕਮਜ਼ੋਰ ਹੋਣਾ ਬਹੁਤ ਘਾਤਕ ਹੈ ਨਾ ਜੀ ਪੰਜਾਬ ਦੇ ਲਈ। ਗੱਲ ਕੌਣ ਕਰੂ? ਬਿਲਕੁਲ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਹਾਲ ਦੀ ਘੜੀ ਜਿਵੇਂ ਹੁਣ ਇੱਕ ਤਾਂ ਸੈਂਟਰ ਪੱਧਰ ਤੋਂ ਆ ਰਿਹਾ ਨਾ ਵੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਨੇ ਸੈਂਟਰ ਵਾਲੀ ਦੀ, ਉਹ ਕਹਿੰਦੀ ਹੈ ਵੀ ਸੈਂਟਰ ਪਾਰਟੀਆਂ ਖਤਮ ਹੋ ਜਾਣ ਕਿਉਂਕਿ ਇਹ ਕੇਂਦਰੀਕਰਨ ਕਰਨਾ ਚਾਹੁੰਦੀ ਹੈ, ਤੇ ਦੂਜੀਆਂ ਪਾਰਟੀਆਂ ਜਿਹੜੀਆਂ ਆਪ ਹੀ ਰਹੀਆਂ ਨੇ ਉਹ ਵੀ ਕੇਂਦਰੀਕਰਨ ਵਾਲੇ ਸੁਭਾਅ ਦੀਆਂ ਨੇ, ਜਿਵੇਂ ਆਮ ਆਦਮੀ ਪਾਰਟੀ ਵਗੈਰਾ ਹੈਗੀ ਹੈ। ਤੇ ਉੱਥੇ ਖੇਤਰੀ ਪਾਰਟੀ ਦੀ ਕੀ ਲੋੜ ਹੈ? ਖੇਤਰੀ ਪਾਰਟੀਆਂ ਲਗਾਤਾਰ ਇਸ ਢਾਂਚੇ ਵਿੱਚ ਕਮਜ਼ੋਰ ਕੀਤੀਆਂ ਜਾ ਰਹੀਆਂ ਨੇ ਸੋਚ ਸਮਝ ਕੇ, ਤੇ ਕੁਝ ਆਪਣੀ ਨਲਾਇਕੀ ਕਰਕੇ ਹੋ ਰਹੀਆਂ। ਜਿਨ੍ਹਾਂ ਨੇ ਦਮ ਭਰਿਆ ਸੀਗਾ ਵੀ ਅਸੀਂ ਖੇਤਰੀ ਪਾਰਟੀਆਂ, ਪਰ ਉਹਨਾਂ ਨੇ ਕਦੇ ਵੀ ਆਪਣੇ ਖੇਤਰੀ ਲੋਕਾਂ ਦੀ ਆਵਾਜ਼ ਨਹੀਂ ਉਠਾਈ ਹੈਗੀ, ਜਿਹਦੇ ਕਰਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਉਹਨਾਂ ਨੂੰ ਜਿਹੜਾ ਇਹ ਕਦਮ ਚੁੱਕਣੇ ਪੈ ਰਹੇ ਹੈਗੇ ਨੇ। ਸੋ ਮੈਨੂੰ ਇਹ ਲੱਗਦਾ ਹੈਗਾ ਵੀ ਖੇਤਰੀ ਪਾਰਟੀਆਂ ਖੁਦ ਸੀਰੀਅਸ ਨਹੀਂ ਸੀਗੀਆਂ, ਤੇ ਬਾਕੀ ਰਹਿੰਦੀ ਖੁੰਦੀ ਕਸਰ ਇੱਕ ਇਹੋ ਜਿਹਾ ਵਾਤਾਵਰਨ ਬਣ ਰਿਹਾ ਜਿਹਦੇ ਕਰਕੇ ਉਹਨਾਂ ਦਾ ਕਮਜ਼ੋਰ ਹੋਣਾ ਸਾਨੂੰ ਦਿਖ ਰਿਹਾ ਹੈ। ਬਿਲਕੁਲ, ਇਹ ਜਿਹੜਾ ਹੈ ਬਿਲਕੁਲ। ਤੇ RSS ਕਹਿੰਦੇ ਫਿਰ ਜਿਵੇਂ ਪਹਿਲਾਂ ਤਿਰੰਗੇ ਨੂੰ ਮਾਨਤਾ ਨਹੀਂ ਦਿੱਤੀ ਸੀ, ਕਹਿੰਦੇ ਆਪਾਂ ਤਿਰੰਗਾ ਹੀ ਬਦਲ ਦਿਆਂਗੇ। ਪਹਿਲਾਂ ਸੰਵਿਧਾਨ ਬਦਲਣ ਦੀ ਗੱਲ ਕਰ ਰਹੇ ਸੀ, ਹੁਣ ਕਹਿੰਦੇ ਭਾਰਤ ਦਾ ਝੰਡਾ ਜਿਹੜਾ ਉਹ ਤਿਰੰਗਾ ਨਹੀਂ ਹੋਏਗਾ ਤੇ ਸਾਡਾ ਭਗਵਾ ਹੋਏਗਾ। ਹਾਂਜੀ, ਇਹ ਗੱਲ ਜਿਹੜੀ ਆਖੀ ਹੈ ਦੱਖਣ ਭਾਰਤ ਦੇ ਵਿੱਚੋਂ ਇੱਕ RSS ਦੇ ਨੇਤਾ ਨੇ ਆਖੀ ਆ ਕਿ ਜੀ ਆਉਂਦੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈਗਾ ਤਿਰੰਗਾ ਹੈਗਾ ਉਹਨੂੰ ਭਗਵਾਂ ਕਰ ਦਿਆਂਗੇ, ਮਤਲਬ ਤਿਰੰਗੇ ਦਾ ਰੂਪ ਭਗਵੇਂ ਰੂਪ ਦੇ ਵਿੱਚ ਕਰ ਲਿਆਂਗੇ। ਹੁਣ ਇਹ ਆਪਣੇ ਆਪ ਚ ਬੜੀ ਜਿਹਨੂੰ ਕਹਿੰਦੇ ਨੇ ਕਿ ਇੱਕ ਚਿੰਤਾ ਦਾ ਵਿਸ਼ਾ ਹੈਗਾ। ਚਿੰਤਾ ਦਾ ਵਿਸ਼ਾ ਕਿਉਂ ਹੈ? ਕਿਉਂਕਿ ਦੇਖੋ ਪਹਿਲੀ ਗੱਲ ਤਾਂ ਇਹ RSS ਕਦੇ ਵੀ ਤਿਰੰਗੇ ਨੂੰ ਨਹੀਂ ਮੰਨਿਆ ਹੈਗਾ, ਇਹ ਇੱਕ ਸੱਚ ਹੈ। ਤੇ ਇਹ ਜਦੋਂ ਤਿਰੰਗੇ ਦਾ ਕਨਸੈਪਟ ਆਇਆ ਸੀਗਾ ਸਾਡੇ ਇੱਥੇ, ਉਦੋਂ RSS ਕਹਿੰਦੀ ਰਹੀ ਕਿ ਦੇਖੋ ਜੀ ਆਹ ਜਿਹੜਾ ਤਿੰਨ ਰੰਗ ਨੇ, ਇਹਦੇ ਤਿੰਨ ਰੰਗ ਤਾਂ ਨੈਸ਼ ਹੁੰਦੇ ਹੈਗੇ ਨੇ, ਤਿੰਨ ਰੰਗ ਤਾਂ ਹੋਣੇ ਹੀ ਨਹੀਂ ਚਾਹੀਦੇ ਹੈਗੇ। ਫਿਰ ਇਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਜਿਹੜਾ ਤਿਰੰਗਾ ਕਾਹਦੇ ਲਈ, ਸਾਡੇ ਭਗਵਾਂ ਰੰਗ ਹੀ ਸੀਗਾ, ਇਹ ਤਾਂ ਹਿੰਦੂਤਵ ਦਾ ਰੰਗ ਤਾਂ ਇਹੀ ਆ। ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਪਣੇ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਮੈਗਜ਼ੀਨ ਆ 1946 ਦੀ ਗੱਲ ਆ ਜੇ ਮੈਂ ਗਲਤ ਨਹੀਂ ਹੈਗਾ, ਇਹਨਾਂ ਨੇ ਉਹਦੇ ਵਿੱਚ ਅੰਬੇਡਕਰ ਦੀ ਜਿਹੜੀ ਇੱਕ ਫੋਟੋ ਬਣਾਈ ਜਿਹੜੀ ਕਿ 10 ਮੂੰਹਾਂ ਦੇ ਰਾਵਣ ਵਾਲੀ ਫੋਟੋ ਸੀਗੀ। ਉਹਦੇ ਵਿੱਚ ਸਿੱਧੀ ਗੱਲ ਆ ਕਿ ਅੰਬੇਡਕਰ ਦੇ ਉੱਤੇ ਵਾਰ ਕੀਤਾ ਗਿਆ ਵੀ ਇਹ ਸੰਵਿਧਾਨ ਕਮੇਟੀ ਦੇ ਵਿੱਚ ਪ੍ਰਮੁੱਖ ਸੀਗਾ ਇਸ ਕਰਕੇ। ਤੇ ਇਹ ਕੁਛ ਏਦਾਂ ਦਾ ਰਿਹਾ ਹੈਗਾ। ਬਾਕੀ ਜਿਹੜਾ ਕਿੰਨਾ ਚਿਰ ਨਾਗਪੁਰ ਦੇ ਵਿੱਚ ਕਦੇ ਵੀ ਅੱਜ ਵੀ ਜਿਹੜਾ ਹੈਗਾ ਤਿਰੰਗਾ ਨਹੀਂ ਹੈਗਾ ਇਹਨਾਂ ਦੇ ਨਾਗਪੁਰ ਦੇ ਹੈੱਡਕੁਆਟਰ ਦੇ ਵਿੱਚ, ਠੀਕ ਹੈ। ਤੇ ਇਹ ਚੀਜ਼ਾਂ ਜਿਹੜੀਆਂ ਦਿਖਾਉਂਦੀਆਂ ਵੀ ਤਿਰੰਗੇ ਨਾਲ ਇਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈਗਾ। ਹੁਣ ਜਿਹੜਾ ਹੇਜ ਜਾਪਿਆ ਉਹ ਐਕਚੁਅਲੀ ਤਿਰੰਗੇ ਦਾ ਭਗਵਾਂ ਕਰਨੀ ਕੀਤਾ ਜਾ ਰਿਹਾ ਸੀਗਾ ਵੀ ਉਹਨੂੰ ਇੱਕ ਤਿਰੰਗੇ ਨੂੰ ਇਸ ਤਰ੍ਹਾਂ ਉਭਾਰਿਆ ਜਾਵੇ ਵੀ ਇਹਨੂੰ ਹਿੰਦੂਤਵ ਦਾ ਆਈਕਨ, ਉਹ ਹਿੰਦੂਤਵ ਵਿੱਚ ਰਲਗੱਡ ਕਰ ਦਿੱਤਾ ਜਾਵੇ। ਤੇ ਹੁਣ ਜਿਹੜਾ ਆਹ ਬਿਆਨ ਆ, ਇਹ ਬਿਆਨ ਉਹੀ ਚੀਜ਼ ਉੱਤੇ ਮੋਹਰ ਲਾਉਂਦਾ, ਹੋਰ ਕੁਛ ਨਹੀਂ ਇਸ ਤੋਂ ਬਿਨਾਂ ਜੀ। ਨਹੀਂ, ਵੈਸੇ ਜੇ ਹੁਣ ਗੱਲ ਕਰੀਏ ਤਾਂ ਗੱਲ ਆਪਣੇ ਆਪ ਨੂੰ ਕਹਿੰਦੇ ਤਾਂ ਬਹੁਤ ਜ਼ਿਆਦਾ ਨੇ ਵੀ ਸਾਡੇ ਤੋਂ ਵੱਡਾ ਤਾਂ ਜਿਹੜਾ ਭਾਰਤ ਦਾ ਕੋਈ ਉਹ ਹੈ ਨਹੀਂ। ਤੇ ਫਿਰ ਇਹ ਕੀ ਗੱਲ ਬਣੂਗੀ ਇਸ ਤਰ੍ਹਾਂ ਜਿਵੇਂ ਜਿਸ ਢੰਗ ਦੇ ਨਾਲ ਇਹ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ ਜਿਹੜਾ ਭਾਰਤ ਦੇ ਵਿੱਚ ਕਿ ਕਾਂਗਰਸ ਜਿਹੜੀ ਹੈ ਲਗਾਤਾਰ ਕਮਜ਼ੋਰ ਹੋ ਰਹੀ ਹੈ, ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਜਿਹੜੇ ਨਪੁੰਸਕ ਕੀਤੇ ਜਾ ਰਹੇ ਨੇ ਉਹਨਾਂ ਦੇ ਨੇਤਾਗਣ, ਤੇ ਕਹਿੰਦੇ ਵੀ ਕਿਤੇ ਆਮ ਆਦਮੀ ਪਾਰਟੀ ਉਹੀ ਜਿਵੇਂ RSS ਦੀ ਕਹਿੰਦੇ ਇਹ B ਟੀਮ ਦੱਸੀ ਜਾ ਰਹੀ ਹੈ, ਫਿਰ ਤਾਂ ਇਹੀ ਲੜਿਆ ਕਰਨਗੇ। ਦੇਖੋ ਕੋਸ਼ਿਸ਼ ਤਾਂ ਇਹਨਾਂ ਦੀ ਇਹੀ ਹੈ ਕਿਉਂਕਿ ਜਿਹੜਾ ਇੱਕ ਫਾਸ਼ੀਵਾਦ ਦਾ ਕਨਸੈਪਟ ਵੀ ਇਹੀ ਹੁੰਦਾ ਨਾ ਵੀ ਵਿਰੋਧੀ ਜਿਹੜਾ ਵਿਚਾਰ ਕੋਈ ਨਾ ਬਚੇ, ਉਹਨੂੰ ਖਤਮ ਕਰ ਦਿੱਤਾ ਜਾਵੇ ਤੇ ਇੱਕ ਸੋਚ ਰਹੇ। ਜਿਵੇਂ ਇਹਨਾਂ ਦਾ
ਕਨਸੈਪਟ ਆ ਵੀ ਇੱਕ ਰੰਗ, ਇੱਕ ਝੰਡਾ, ਇੱਕ ਫਲਾਨਾ, ਇੱਕ ਢਿੰਗੜਾ, ਇੱਕ ਭਾਸ਼ਾ, ਇੱਕ ਬੋਲੀ ਤੇ ਇੱਕ ਪਾਰਟੀ। ਤੇ ਉਹ ਪਾਰਟੀ ਜਿਹੜੀ ਹੈਗੀ ਹੈ ਕਿਹੜੀ ਹੋਊਗੀ? ਬੀਜੇਪੀ ਹੋਊ। ਤੇ ਇੱਕ ਜਿਹੜੇ ਵਿਚਾਰ ਕਿਹੜਾ ਹੋਊਗਾ? ਸੰਘ ਦਾ ਵਿਚਾਰ ਹੋਊਗਾ। ਇਹ ਇਹਨਾਂ ਦੀ ਸੋਚ ਹੈ ਤੇ ਇਹਨੂੰ ਇਹ ਚਾਹੁੰਦੇ ਨੇ। ਵੈਸੇ ਇਹਨਾਂ ਨੇ ਆਪਣੇ ਤਾਂ ਐਲਾਨ ਤਾਂ ਕੀਤਾ ਹੀ ਹੋਇਆ ਵੀ ਆ ਜਿਹੜਾ 2025 ਆਊਗਾ, 2025 ਦੇ ਵਿੱਚ RSS ਬਣੀ ਨੂੰ 100 ਸਾਲ ਹੋ ਜਾਣਾ ਹੈਗਾ, ਰਾਸ਼ਟਰੀ ਸਵੈਮ ਸੇਵਕ ਸੰਘ ਨੂੰ। ਵੀ ਉਦੋਂ ਅਸੀਂ ਸਾਰੇ ਭਾਰਤ ਦੇ ਵਿੱਚ ਨੂੰ ਇੱਕ ਤਰ੍ਹਾਂ ਨਾਲ ਭਗਵਾਕਰਨ ਕਰ ਦਈਏ, ਸਾਰੇ ਭਾਰਤ ਵਿੱਚ ਸਾਡਾ ਪਰਚਮ ਲਹਿਰਾਇਆ ਜਾਵੇ। ਇਹ ਇਹਨਾਂ ਦਾ ਸੁਪਨਾ ਹੈਗਾ, ਉਹਦੇ ਲਈ ਤਿਆਰੀ ਕਰ ਰਹੇ ਨੇ ਅਗਲੇ। ਹੁਣ ਇਹ ਦੇਖਣਾ ਵੀ ਜਿਹੜੀਆਂ ਫੋਰਸਸ ਇਹਦੇ ਉਲਟ ਫੋਰਸਸ ਨੇ, ਉਹ ਫੋਰਸਸ ਕਿੰਨੀ ਕੁ ਤਕੜੀਆਂ ਹੁੰਦੀਆਂ, ਕਿਉਂਕਿ ਉਹਦੇ ਤਰਾਸਦੀ ਕੀ ਹੈ? ਦੇਖੋ, ਮੈਂ ਵਾਰ-ਵਾਰ ਮੰਚਾਂ ਤੇ ਕਹਿੰਦਾ ਵੀ ਆਇਆ, ਵੱਖ-ਵੱਖ ਮੰਚਾਂ ਤੇ ਲਿਖਦਾ ਵੀ ਆਇਆ ਵੀ ਜੇ ਤੁਸੀਂ ਹਿੰਦੂਤਵ ਦਾ ਮੁਕਾਬਲਾ ਕਰਨਾ ਸੌਫਟ ਹਿੰਦੂਤਵ ਨਾਲ ਨਹੀਂ ਕੀਤਾ ਜਾ ਸਕਦਾ ਹੈਗਾ। ਉਹਦੇ ਲਈ ਤੁਹਾਨੂੰ ਉਹਦੀਆਂ ਜਿਹੜੀਆਂ ਫਾਈਟਿੰਗ ਫੋਰਸਸ ਲੱਭਣੀਆਂ ਪੈਣੀਆਂ ਕਿਹੜੀਆਂ ਨੇ। ਇਸ ਮੁਲਕ ਦਾ ਮੁਸਲਮਾਨ, ਇਸ ਮੁਲਕ ਦਾ ਸਿੱਖ, ਇਸ ਮੁਲਕ ਦੀ ਹੋਰ ਮਾਈਨੋਰਿਟੀ, ਇਸ ਮੁਲਕ ਦੇ ਜੇ ਸੂਬਿਆਂ ਦੀ ਗੱਲ ਕਰਨੀ ਹੋਵੇ, ਕਸ਼ਮੀਰ, ਪੰਜਾਬ ਹੋ ਗਿਆ, ਇਸ ਮੁਲਕ ਦੇ ਦਲਿਤ ਹੋ ਗਏ, ਇਸ ਮੁਲਕ ਦੇ ਆਦੀਵਾਸੀ ਹੋ ਗਏ, ਇਸ ਮੁਲਕ ਦੇ ਨਾਰਥ ਈਸਟ ਦੇ ਸੂਬੇ ਹੋ ਗਏ, ਇਸ ਮੁਲਕ ਦੇ ਕੋਈ ਦੱਖਣ ਦੇ ਸੂਬੇ ਹੋ ਗਏ। ਜਿੰਨਾ ਤੱਕ ਚਿਰ ਇਹਨਾਂ ਨੂੰ ਕਲਾਵੇ ਚ ਨਹੀਂ ਲੈਂਦੀ ਕੋਈ ਪਾਰਟੀ, ਸਾਰਿਆਂ ਨੂੰ ਇਕੱਠੇ ਨਹੀਂ ਕਰਦੀ ਤੇ ਉਹਨੂੰ ਕਲਾਵੇ ਚ ਲੈ ਕੇ ਫਿਰ ਮੁਕਾਬਲਾ ਹੋ ਸਕਦਾ। ਜੇਕਰ ਕੋਈ ਕਹੇ ਵੀ ਅਸੀਂ ਵੀ ਮੰਦਿਰ 'ਚ ਜਾ ਕੇ ਟੱਲ ਵਜਾ ਲਈਏ, ਬੀਜੇਪੀ ਦੀ ਰੀਸ ਕਰਦੇ ਨਹੀਂ ਕਰ ਸਕਦੇ, ਕਿਉਂਕਿ ਫਿਰ ਤੁਸੀਂ ਆਪਣੇ ਆਪ ਨੂੰ ਹਿੰਦੂ ਤੋਂ ਵੀ ਦਿਖਾਓਗੇ। ਫਿਰ ਲੋਕਾਂ ਕੋਲ ਤਾਂ ਇੱਕੋ ਹੀ ਆਪਸ਼ਨ ਆ ਵੀ ਅਸੀਂ ਫਿਰ ਛੋਟਾ ਹਿੰਦੂ ਤੋਂ ਵੀ ਕਿਉਂ ਚੁਣੀਏ, ਵੱਡਾ ਚੁਣਾਂਗੇ ਸਾਡੇ ਕੋਲ ਜਦੋਂ ਵੱਡਾ ਪਿਆ ਵਾ। ਮਤਲਬ ਸਿੱਧੀ ਜੀ ਗੱਲ ਹੈ, ਜੇ ਮਾਰਕੀਟ ਵਿੱਚ ਇੱਕੋ ਚੀਜ਼ਾਂ ਨੇ, ਉਹ ਬੰਦਾ ਫਿਰ ਜਿਹੜੀ ਹੈਗੀ ਆ ਮਾੜੀ ਕਿਉਂ ਚੀਜ਼ ਕਿਉਂ ਲਊ, ਚੰਗੀ ਲਊਗਾ ਨਾ ਮਾਰਕੀਟ ਵਿੱਚੋਂ, ਕਿਉਂਕਿ ਉਹ ਤਾਂ ਐਕਸਟ੍ਰੀਮਿਸਟ ਨੇ। ਉਹਨਾਂ ਨੇ ਫਿਰ ਛੋਟਾ ਐਕਸਟ੍ਰੀਮਿਸਟ ਤੋਂ ਕੀ ਲੈਣਾ ਹੈਗਾ, ਵੱਡਾ ਚੁਣੂਗਾ। ਪਰ ਜੇ ਤੁਸੀਂ ਬਦਲ ਜਿਹੜਾ ਦਓਗੇ ਵੀ ਅਸੀਂ ਇਹਨਾਂ ਨੂੰ ਲਲਕਾਰਦੇ ਹਾਂ, ਇਹ ਸਿਧਾਂਤਕ ਤੌਰ ਤੇ ਗਲਤ ਨੇ, ਇਹ ਸਾਡੇ ਮੁਲਕ ਦੇ ਸੁਭਾਅ ਦੇ ਤੌਰ ਤੇ ਵੀ ਗਲਤ ਨੇ, ਪਰ ਜਿਹੜੀਆਂ ਨਪੀੜੀਆਂ ਹੋਈਆਂ ਧਿਰਾਂ ਉਹ ਸਾਡੀਆਂ ਫੋਰਸ ਆ, ਉਹਨਾਂ ਦੀ ਫਿਰ ਜਿਹੜੀ ਹੈਗੀ ਵੋਟ ਵੀ ਇਕੱਠੀ ਹੋ ਜਾਂਦੀ ਹੁੰਦੀ ਆ। ਇਹ ਕੰਮ ਕਾਂਗਰਸ ਨੇ ਨਹੀਂ ਕੀਤਾ। ਕਾਂਗਰਸ ਖੁਦ ਜਿਹੜੀ ਮੌਕਾ ਪ੍ਰਸਤੀ ਕਰਦੀ ਰਹੀ ਹੈ, ਜਿਹਦੇ ਕਰਕੇ ਅੱਜ ਇਹਨੂੰ ਮਾਰ ਖਾਣੀ ਪਈ ਹੈ ਤੇ ਉਹਦੀ ਹਾਲਤ ਜਿਹੜੀ ਅੱਜ ਸਾਡੇ ਸਾਹਮਣੇ ਆ। ਇਸ ਕਰਕੇ ਭਾਰਤ ਵਿੱਚ ਜੇ ਕੋਈ ਫੋਰਸ ਵੋਟਾਂ ਵਾਲੇ ਢੰਗ ਰਾਹੀਂ ਮੁਕਾਬਲਾ ਕਰਨਾ ਚਾਹੁੰਦੀ ਹੈ, ਉਹਨੂੰ ਇਹ ਦੇਖਣਾ ਪਏਗਾ ਵੀ ਹਿੰਦੂਤਵ ਦੀਆਂ ਜਿਹੜੀਆਂ ਵਿਰੋਧੀ ਫੋਰਸਸ ਕਿਹੜੀਆਂ ਨੇ ਤੇ ਉਹ ਫੋਰਸਸ ਦਾ ਸਾਡਾ ਰਿਸ਼ਤਾ ਕੀ ਹੋਊਗਾ। ਜਿੰਨਾ ਚਿਰ ਰਿਸ਼ਤੇ ਦੀ ਪਛਾਣ ਨਹੀਂ ਹੁੰਦੀ, ਉਹਨਾਂ ਚਿਰ ਮਤਲਬ ਤੁਸੀਂ ਲੜਾਈ ਨਹੀਂ ਲੜ ਸਕਦੇ। ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਾਂਗਰਸ ਵੀ ਤਾਂ ਬ੍ਰਾਹਮਣ ਪਰਿਵਾਰ ਦੇ ਅਧੀਨ ਹੀ ਇੱਕ ਤਰ੍ਹਾਂ ਨਾਲ ਗੱਲ ਕਰ ਲਈ। ਉਹੀ ਮੈਂ ਗੱਲ ਕਰ ਰਿਹਾ, ਕਾਂਗਰਸ ਦੀ ਪ੍ਰੋਬਲਮ ਹੀ ਇਹੀ ਰਹੀ ਹੈ ਕਿ ਕਾਂਗਰਸ ਵਿੱਚ ਜਿਹੜਾ ਚੌਧਿਆਂ ਦੇ ਉੱਤੇ ਬ੍ਰਾਹਮਣ ਜਾਤੀ, ਕਾਂਗਰਸ ਵਿੱਚ ਦੇ ਜਿਹੜਾ ਪੱਤਾ ਜਿਹੜਾ ਸੌਫਟ ਹਿੰਦੂਤਵ ਦਾ ਖੇਡਿਆ ਰਿਹਾ, ਲੋੜ ਪੈਣ ਉੱਤੇ ਉਹ RSS ਤੇ ਢਹੇ ਚੜ੍ਹਦੀ ਹੈ। ਜਦੋਂ ਸਿੱਖ ਕਤਲੇਆਮ ਹੁੰਦਾ, ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੁੰਦੇ ਨੇ, ਇਹ ਮਤਲਬ ਉਹੀ ਉਦੋਂ ਹੀ ਸੀਗਾ ਜਦੋਂ RSS ਦੀ ਲੌਬੀ ਜਿਹੜੀ ਹੈਗੀ ਹੈ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀਗੀ ਤੇ ਉਹ ਉਹਨੂੰ ਦੇਵੀ ਦਾ ਖਿਤਾਬ ਦਿੰਦੀ ਸੀ ਕਦੇ ਕੁਛ। ਮਤਲਬ ਲੋੜ ਇਹ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਅਸੀਂ ਇਤਿਹਾਸ ਚ ਗਰਭ ਚ ਪਈਆਂ ਵੀ ਕਾਂਗਰਸ ਨੇ ਕਿਵੇਂ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਫੋਰਸਾਂ ਦੇ ਹੱਥਾਂ ਦੇ ਵਿੱਚ ਖੇਡੀ ਹੈ ਤੇ ਜਿਹਦਾ ਨਤੀਜਾ ਅੱਜ ਭੁਗਤ ਚੁੱਕੀ ਹੈ। ਕਿ ਤੁਸੀਂ ਦੋ ਬੇੜੀਆਂ 'ਚ ਨਹੀਂ ਸਵਾਰ ਹੋ ਸਕਦੇ, ਤੁਹਾਨੂੰ ਬੇੜੀ ਇੱਕੋ ਹੀ ਰੱਖਣੀ ਪੈਣੀ ਆ। ਜੇਕਰ ਦੇਖੋ ਨਹਿਰੂ ਵੇਲੇ ਚੱਲੀ ਸੀਗੀ ਇੱਕ ਜਿਹੜਾ ਸਮਾਜਵਾਦੀ ਰੂਪ ਵਿੱਚ, ਇੱਕ ਸੈਕੂਲਰ ਰੂਪ ਦੇ ਵਿੱਚ, ਇੰਦਰਾ ਤੱਕ ਆਉਂਦੇ ਹੋਏ ਇਹਨੇ ਆਪਣਾ ਹਾਲ ਇੱਥੇ ਤੱਕ ਕਰ ਲਿਆ। ਅਗਲਾ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਕਿਉਂਕਿ ਕਾਂਗਰਸ ਵਿੱਚ ਇੱਕੋ ਸਮੇਂ ਕਈ ਧਾਰਾਵਾਂ ਰਹੀਆਂ, ਲੇਕਿਨ ਇੰਦਰਾ ਤੱਕ ਉਹ ਧਾਰਾ ਬੜੀ ਮਜ਼ਬੂਤ ਹੋ ਗਈ ਸੀ ਜਿਹੜੀ ਕਿਤੇ ਨਾ ਕਿਤੇ ਮਾਈਨੋਰਿਟੀ ਨੂੰ ਨਫ਼ਰਤ ਕਰਦੀ ਸੀ, ਜਿਹਦੇ ਵਿੱਚੋਂ ਕਿ ਉਦੋਂ ਉਹਨਾਂ ਦਾ ਨਿਸ਼ਾਨੇ ਉੱਤੇ ਸਿੱਖ ਆਇਆ ਕਿਉਂਕਿ RSS ਵੀ ਚਾਹੁੰਦੀ ਸੀਗੀ ਵੀ ਇੱਕ ਕੋਈ ਧਰਮ ਲੱਭਿਆ ਜਾਵੇ, ਜਿਵੇਂ ਹੁਣ ਮੁਸਲਮਾਨ ਲੱਭਿਆ ਉਦੋਂ ਸਿੱਖ ਧਰਮ ਲੱਭਿਆ ਜਾਵੇ, ਉਹਨਾਂ ਨੂੰ ਟਾਰਗੇਟ ਕੀਤਾ ਜਾਵੇ। ਉਦੋਂ ਬਾਅਦ ਵਿੱਚ ਸਾਰੇ ਮੁਲਕ ਵਿੱਚ ਉਹਨਾਂ ਨੂੰ ਨਫ਼ਰਤ ਦਾ ਪਾਤਰ ਬਣਾਇਆ ਜਾਵੇ। ਜਿਹਨਾਂ ਦੀ ਉਮਰ ਉਸ ਵੇਲੇ ਦੀ ਹੈਗੀ ਉਹਨਾਂ ਨੂੰ ਪਤਾ ਵੀ ਉਹ ਬੱਸਾਂ ਦੇ ਵਿੱਚ ਦੂਜੇ ਸੂਬੇ 'ਚ ਬੱਸਾਂ ਵਿੱਚ ਬੈਠਣ ਤੋਂ ਕਿਵੇਂ ਡਰਦੇ ਸੀਗੇ ਕਿਉਂਕਿ ਬੱਸਾਂ 'ਚ ਤਾਂ ਖੋ ਕੇ ਮਾਰਿਆ ਜਾ ਰਿਹਾ ਸੀ ਉਹਨਾਂ ਨੂੰ, ਠੀਕ ਹੈ। ਤੇ ਇਕੱਲੇ ਬੰਗਾਲ ਨੂੰ ਛੱਡ ਕੇ ਲਗਭਗ ਸਾਰੇ ਕਿਤੇ ਹੀ ਹਾਲਤ ਸੀਗੀ ਆਪਣੇ ਸਿੱਖ ਭਾਈਚਾਰੇ ਦੀ। ਤੇ ਉਦੋਂ ਇਹ ਨਫ਼ਰਤ ਦਾ ਭਾਵ ਬਣਾਇਆ ਗਿਆ। ਉਦੋਂ ਜਿੰਨੀਆਂ ਵੀ ਸਾੜ ਫੂਕ ਵਿੱਚ RSS ਵਗੈਰਾ ਦੀ ਪੂਰੀ ਭੂਮਿਕਾ ਰਹੀ ਆ, ਥਾਣਿਆਂ 'ਚ ਉਹਨਾਂ ਦੇ ਵਿਰੁੱਧ ਕੇਸ ਆ ਕਿਉਂਕਿ RSS ਨਾ ਸੀਗੀ ਉਦੋਂ ਕਾਂਗਰਸ ਤੇ ਇਹ ਕਾਂਗਰਸ ਨੇ ਆਪਣੀਆਂ ਕੀਤੀਆਂ ਹੋਈਆਂ ਜਿਹਦੇ ਕਰਕੇ ਇੱਥੇ ਆਈ ਆ। ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਵੀ ਫਿਰ RSS ਨੇ ਆਪਣੀ ਇੱਕ ਬਗਲ ਬੱਚਾ ਪਾਰਟੀ BJP ਮਿਲ ਗਈ ਤੇ BJP ਨੇ ਜਿਹੜੇ ਚੰਨ ਚੜਾ ਰਹੀ ਉਹ ਤੁਹਾਡੇ ਤੇ ਆਪਣੇ ਸਾਹਮਣੇ ਨੇ ਜੀ। ਖਾਲਸਾ ਜੀ ਸਤਿ ਸ੍ਰੀ ਅਕਾਲ ਜੀ। ਆਉਣੇ ਰੋ ਹਾਂਜੀ, ਧੰਨਵਾਦ ਸਾਹਿਬ ਸ਼ਿਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹ ਕਹਿ ਲਓ ਵੀ ਕੱਲ੍ਹ ਵੀ ਸੁਣਦੇ ਹੋਣਗੇ ਤੁਸੀਂ ਦੋਨੋਂ ਚੋਟੀ ਦੇ ਪੱਤਰਕਾਰ ਹੋ, ਬੜੀ ਖੋਜ ਹੈ ਤੁਹਾਡੀ। ਔਰ ਇਹ ਜਿਹੜਾ ਰੇਡੀਓ ਪੰਜਾਬ ਟੂਡੇ ਇਹ ਦੁਨੀਆ ਭਰ 'ਚ ਪਹੁੰਚਦਾ ਔਰ ਕੱਲਾ ਡਰਾਈਵਰ ਜਿਹੜਾ ਡਰਾਈਵ ਕਰ ਰਿਹਾ ਉਹ ਸੁਣ ਰਿਹਾ ਇਸ ਟਾਈਮ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਹੁਣ ਦੀ ਮੋਦੀ ਸਰਕਾਰ ਹੈ ਇਹ ਪਹਿਲਾਂ ਮੁਸਲਮਾਨ ਵੱਡੀ ਮਾਈਨੋਰਿਟੀ ਹੈ ਉਹਨੂੰ ਮਾਰੂਗੀ ਤੇ ਜੇ ਸਿੱਖ ਤੇ ਈਸਾਈ ਪਰੇ ਖੜੇ ਦੇਖਦੇ ਰਹੇ ਤੇ ਦਲਿਤ ਤਾਂ ਇਹਨਾਂ ਦੀ ਵਾਰੀ ਵੀ ਆਈ। ਤੇ ਬਾਕੀ ਕਾਂਗਰਸ ਦੀ ਗੱਲ ਕਰੇ, ਨਹਿਰੂ ਕਦੇ ਮੰਦਰ ਨਹੀਂ ਸੀ ਗਿਆ,
ਉਹਨੇ ਤਿਲਕ ਨਹੀਂ ਲਵਾਇਆ, ਅਸੀਂ ਉਹਨੂੰ ਕੋਲੋਂ ਦੇਖਿਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੰਦਰਾ ਦੇ ਟਾਈਮ 'ਤੇ ਔਰ ਉਦੋਂ ਬਾਅਦ ਨਰਸਿਮਹਾ ਰਾਓ ਤਾਂ ਚਲੋ ਸੀ ਉਹ ਜਨਸੰਘ ਦਾ ਵਰਕਰ ਤੇ ਉਹ RSS ਦਾ ਵਰਕਰ ਰਿਹਾ, ਤੇ ਇਹਦੇ ਵਿੱਚ ਕਾਂਗਰਸ ਦੇ ਜਿਹੜੇ ਕੱਟੜ ਹਿੰਦੂ ਉਹ ਜਾ ਬੜੇ ਤੇ ਇਹਨਾਂ ਨੇ ਉਹੀ ਕੰਮ ਕੀਤਾ ਕਿ ਜਿਹੜੇ ਦਲਿਤ ਤੇ ਮੁਸਲਮਾਨ ਸੀ ਉਹਨਾਂ ਦੀ ਵੋਟਾਂ ਤਾਂ ਜ਼ਰੂਰ ਲਈਆਂ, ਲੇਕਿਨ ਉਹਨਾਂ ਨੂੰ ਬਣਦੇ ਸਥਾਨ ਨਹੀਂ ਦਿੱਤੇ, ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਜਿਹਦਾ ਨਤੀਜਾ ਅੱਜ ਇਹ ਭੁਗਤ ਰਹੇ ਆ। ਔਰ ਜੋ ਕੋਈ ਸਿੱਖਾ ਨਾ ਹੋਇਆ ਉਹ ਸਾਰਿਆਂ ਨੂੰ ਪਤਾ ਹੈ। ਉਹਦੇ ਵਿੱਚ RSS ਵਾਲੇ ਵੀ ਕਤਲ ਕਰ ਰਹੇ ਸੀਗੇ ਤੇ ਕਾਂਗਰਸੀ ਵੀ ਸੀਗੇ, ਤੇ ਇਹ ਕੰਟਰੋਲ ਨਹੀਂ ਕੀਤਾ ਤੇ ਹੁਣ ਸਾਡੇ ਸਾਹਮਣੇ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਤੁਸੀਂ ਖਾਲਸਾ ਜੀ ਆਪਦੀ ਗੱਲ ਦਾ ਆਪ ਹੀ ਜਵਾਬ ਦਿੱਤਾ ਜੀ। ਖਾਲਸਾ ਜੀ ਨੇ ਲਗਭਗ ਸਾਰੀਆਂ ਗੱਲਾਂ ਆਪਣੇ ਵਾਲੀਆਂ ਕੀਤੀਆਂ ਨੇ, ਤੇ ਇੱਕ ਚੀਜ਼ ਸਿਰਫ ਐਡ ਕਰਨੀ ਹੈ ਕਿ ਕਾਂਗਰਸ ਵਿੱਚ ਨਾ ਠੀਕ ਹੈ ਕਿ ਦੇਖੋ ਇਹਨਾਂ ਨੇ ਜਿਵੇਂ ਦੱਸਿਆ ਵੀ ਇੰਦਰਾ ਗਾਂਧੀ ਵੇਲੇ ਆਏ ਹੋ ਕੇ ਮੈਂ ਵੀ ਆਈ ਦੱਸਿਆ, ਇੱਕ ਚੀਜ਼ ਤੁਹਾਨੂੰ ਥੋੜਾ ਜਿਹਾ ਧਿਆਨ 'ਚ ਰੱਖਣੀ ਪੈਣੀ ਵੀ ਕਾਂਗਰਸ ਨਾ ਜਦੋਂ ਤੋਂ ਬਣੀ ਸੀ ਨਾ ਉਦੋਂ ਵਿੱਚ ਨਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਧਾਰਾਵਾਂ ਚੱਲਦੀਆਂ ਸੀ। ਜਿਵੇਂ ਹੁਣ ਇੱਕ ਪਾਸੇ ਨਹਿਰੂ ਵਰਗੇ ਬੰਦੇ ਸੀ ਜਿਹੜੇ ਕਿ ਸੈਕੂਲਰ ਸੀਗੇ, ਸੋਸ਼ਲਿਸਟ ਵੀ ਸੀ, ਇਵਨ ਨਹਿਰੂ ਤਾਂ ਆਪਣੇ ਆਪ ਨੂੰ ਨਾਸਤਕ ਵੀ ਲਿਖਦਾ ਹੈਗਾ, ਤੇ ਇੱਕ ਪਾਸੇ ਜਿਹੜਾ ਪ੍ਰੋਗਰੈਸਿਵ ਬੰਦੇ ਸੀਗੇ, ਇੱਕ ਪਾਸੇ ਜਿਹੜੇ ਹਿੰਦੂ ਤੋਂ ਵੀ ਬੰਦੇ ਆ ਗਏ ਸੀਗੇ। ਮਤਲਬ 3-4 ਧਰਾਵਾਂ ਇਕੱਠੀਆਂ ਇੱਕੋ ਸਮੇਂ ਚੱਲਦੀਆਂ ਨਹੀਂ। ਅੱਜ ਵੀ ਕਾਂਗਰਸ ਵਿੱਚ ਇਹੀ ਹਾਲ ਆ, ਤੁਹਾਨੂੰ ਦੇਖਣ ਨੂੰ ਮਿਲੂ। ਜਿਹੜਾ ਇੱਕ ਲੈਫਟ ਸੋਚ ਵਾਲਾ ਧੜਾਵਾ ਕਾਂਗਰਸ ਵਿੱਚ ਜੈਰਾਮ ਰਮੇਸ਼ ਟਾਈਪ ਦਾ, ਉਹ ਥੋੜਾ ਜਿਹਾ ਕਮਜ਼ੋਰ ਹੋਇਆ ਵਾ। ਮਨੀ ਸ਼ੰਕਰ ਅਈਅਰ ਵੀ ਉਹੀ ਕੈਟਾਗਰੀ ਚ ਆਉਂਦਾ ਹੈਗਾ। ਇੱਕ ਪਾਸੇ ਹਿੰਦੂ ਤੋਂ ਸੁਭਾਅ ਹੈਗਾ ਵਾ, ਉਹ ਵੀ ਹੈ। ਇੱਕ ਪਾਸੇ ਜਿਹੜਾ ਸੈਂਟਰਲ ਧੜਾ ਜਿਵੇਂ ਆਪਣਾ ਸ਼ਸ਼ੀ ਥਰੂਰ ਟਾਈਪ ਦਾ ਹੈਗਾ। ਇਹ ਤਿੰਨੇ ਚਾਰੇ ਨਾ ਧੜੇ ਕਾਂਗਰਸ ਵਿੱਚ ਇੱਕੋ ਸਮੇਂ ਚੱਲਦੇ ਰਹੇ ਆ, ਤੇ ਇਹਨਾਂ ਦੇ ਵਿੱਚ ਆਪਸ ਵਿੱਚ ਕੰਟਰਾਡਿਕਸ਼ਨ ਰਹਿੰਦੀ ਵੀ ਆ, ਤੇ ਫਿਰ ਵੀ ਇਹ ਇਕੱਠੇ ਹੋ ਕੇ ਚੱਲਦੇ ਰਹੇ ਨੇ। ਪਰ ਇਸ ਸਮੇਂ ਹੁਣ ਲੀਡਰਸ਼ਿਪ ਚੰਗੀ ਨਹੀਂ ਹੈਗੀ, ਉਹ ਚੰਗੇ ਹੋ ਕੇ ਨਹੀਂ ਚੱਲਦੇ। ਬਾਕੀ ਇਹ ਕਿ ਉਹਦੇ ਬਾਵਜੂਦ, ਲੇਕਿਨ ਇਹ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਉਹ ਆਪਣਾ ਡੰਗ ਕਾਂਗਰਸ ਚਲਾਉਂਦੀ ਰਹੀ, ਕਿਉਂਕਿ ਉਦੋਂ ਲੀਡਰ ਚੰਗੇ ਸੀ। ਜਦੋਂ ਇੰਦਰਾ ਗਾਂਧੀ ਦਾ ਟਾਈਮ ਆਇਆ, ਇੰਦਰਾ ਗਾਂਧੀ ਨੂੰ ਲੱਗਿਆ ਵੀ ਮੈਂ ਸਮੱਸਿਆਵਾਂ 'ਚ ਨਾ ਘਿਰ ਜਾ, ਫਿਰ ਉਹਨੇ ਸੋ ਕਾਲਡ ਦੇਸ਼ ਭਗਤੀ ਲਿਆਂਦੀ। ਆਹ ਜਿਹੜਾ ਤੁਹਾਨੂੰ ਪਤਾ ਵੀ 71 ਵਾਲੀ ਜੰਗ ਹੋ ਗਈ, ਉਹਦੇ ਵਿੱਚ ਬੰਗਲਾਦੇਸ਼ ਵਾਲਾ ਮਸਲਾ ਹੋ ਗਿਆ। ਉਦੋਂ ਬਾਅਦ ਵਿੱਚ ਇਹਨੂੰ ਲੱਗਿਆ ਮੈਂ ਫੇਰ ਨਾ ਆ ਜਾ, ਫਿਰ ਐਮਰਜੈਂਸੀ ਲਾ ਦਿੱਤੀ ਆਪਣੇ ਆਪ ਨੂੰ ਬਚਾਉਣ ਦੇ ਲਈ, ਠੀਕ ਹੈ। ਤੇ ਉਦੋਂ ਬਾਅਦ ਵਿੱਚ ਇਹਨਾਂ ਨੇ ਜਿਹੜਾ ਹੈਗਾ, ਇੰਦਰਾ ਗਾਂਧੀ ਨੇ ਤਾਂ ਸਮੇਂ-ਸਮੇਂ ਤੇ ਇਹ ਵੀ ਕਿਹਾ ਸੀਗਾ, ਬਹੁਤੇ ਲੋਕਾਂ ਨੂੰ ਯਾਦ ਹੋਵੇ, ਸ਼ਾਇਦ ਉਹ 70 ਦੇ ਨੇੜੇ ਦੀ ਗੱਲ ਹੀ ਆ, ਕਿ ਹੁਣ ਮੈਂ ਬਹੁ ਗਿਣਤੀ ਦੀ ਸਿਆਸਤ ਕਰੂੰਗੀ ਜੀ। ਸਿਆਸਤ ਮਤਲਬ ਹਿੰਦੂਤਵ ਵਾਲੀ ਪੋਲਿਟਿਕਸ ਕਰੂੰਗੀ। ਉਦੋਂ ਪੂਰੀ ਤਰ੍ਹਾਂ ਰਾਈਟ ਵਿੰਗ ਫੋਰਸਿਸ ਉਹਦੇ ਨਾਲ ਖੜੀਆਂ ਸੀ। ਇਹੀ ਉਹ ਮਾਨਸਿਕਤਾ ਸੀ ਜਿਹਦੇ ਕਰਕੇ ਆ ਸਾਰਾ ਪੰਜਾਬ ਵਾਲਾ ਦਿਖਾਂਤ ਵਾਪਰਿਆ, ਹੋਰ ਵਾਪਰਿਆ। ਉਦੋਂ ਕੰਮ ਸ਼ੁਰੂ ਹੋ ਗਿਆ ਸੀ। ਇਹ ਕਾਂਗਰਸ ਦੀਆਂ ਗਲਤੀਆਂ ਨੇ ਜਿਹੜੀਆਂ ਕਿ ਅੱਜ ਅਸੀਂ ਵੱਢ ਰਹੇ ਹਾਂ, ਅਸੀਂ ਦੇਖ ਰਹੇ ਹਾਂ। ਜੇ ਉਦੋਂ ਹੀ ਕਾਂਗਰਸ ਆਪਣੀ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਦੀ, ਜਿਹੜੀ ਉਹ ਨਹਿਰੂ ਟਾਈਪ ਦੀ ਸੀਗੀ, ਤਾਂ ਉਹਦਾ ਸ਼ਾਇਦ ਇਹ ਹਾਲ ਨਾ ਹੁੰਦਾ। ਤੇ ਕਿਉਂਕਿ RSS ਵਗੈਰਾ ਨੇ ਤਾਂ ਵਰਤਣਾ ਹੁੰਦਾ ਵੀ ਜਿਹੜੀ ਪਾਰਟੀ ਨਾਲ ਆ ਉਹ ਵਰਤ ਲਓ। ਉਦੋਂ ਬਾਅਦ ਵਿੱਚ ਜਦੋਂ ਫਿਰ ਉਹਨੂੰ ਅਸਲੀ ਪਾਰਟੀ ਮਿਲ ਗਈ, ਫਿਰ ਉਹ ਅਸਲੀ ਪਾਰਟੀ ਨੂੰ ਆਪਾਂ ਨੂੰ ਪ੍ਰਮੋਟ ਕਰੂਗੀ, ਕਿਉਂਕਿ ਉਹਦੀ ਬਗਲ ਬੱਚਾ ਹੈਗੀ ਆ। ਸੋ ਖਾਲਸਾ ਜੀ ਦੀਆਂ ਗੱਲਾਂ ਲਗਭਗ ਸਾਰੀਆਂ ਠੀਕ ਸੀਗੀਆਂ, ਮੈਂ ਸਹਿਮਤ ਹਾਂ ਜੀ। ਤੇ ਬੰਗਾਲ ਦੇ ਵਿੱਚ ਹਿੰਸਾ ਭੜਕ ਗਈ ਹੈ ਜੀ, ਕਿਉਂ? ਬੰਗਾਲ ਦੇ ਵਿੱਚ ਇੱਕ ਘਟਨਾ ਪਿੱਛੇ ਜੇ ਆਈ ਸੀਗੀ ਆਪਣੇ ਸਾਹਮਣੇ। ਉੱਥੇ ਨਾ ਬੀਰਭੂਮ ਇਲਾਕੇ ਦੇ ਵਿੱਚ ਕੁਝ ਸਿਰ ਜਲੇ ਹੋਏ ਮਤਲਬ ਮਿਲੇ ਨੇ। ਉਹਦੇ ਵਿੱਚ BJP ਦਾ ਤਾਂ ਕਹਿਣਾ ਵੀ ਇਹ ਜਿਹੜੇ ਹੈਗੇ ਨੇ ਇਹ ਗੁੰਡਾਗਰਦੀ ਆ TMC ਦੇ ਬੰਦਿਆਂ ਵੱਲੋਂ ਕੀਤੀ ਹੋਈ ਆ ਜੀ। TMC ਦੇ ਬੰਦੇ ਨੂੰ ਨਕਾਰ ਰਹੇ ਨੇ। ਫਿਲਹਾਲ ਜਿਹੜਾ ਮਾਮਲਾ ਕੇਂਦਰ ਸਰਕਾਰ ਤੱਕ ਪਹੁੰਚ ਗਿਆ। ਕੇਂਦਰ ਵਾਲੀ ਸਰਕਾਰ ਨੇ ਇੱਕ ਆਪਣੀ ਟੀਮ ਬਣਾ ਦਿੱਤੀ ਇਸ ਮਾਮਲੇ ਵਿੱਚ, ਇਹਦੀ ਜਾਂਚ ਪੜਤਾਲ ਕਰਨ ਨੂੰ। ਜਿਹੜਾ ਰਾਜਪਾਲ ਤੁਹਾਨੂੰ ਪਤਾ ਵੀ ਸਿੱਧੀ ਜੀ ਗੱਲ ਆ, ਕੇਂਦਰ ਦਾ ਅਪੁਆਇੰਟ ਕੀਤਾ ਹੁੰਦਾ, ਤੇ ਉਹਨੇ ਕਿਹਾ ਵੀ TMC ਗੰਦ ਪਾ ਰਹੀ ਹੈ। ਤੇ ਉਧਰੋਂ ਮਮਤਾ ਨੇ ਕਿਹਾ ਵੀ ਰਾਜਪਾਲ ਜਿਹੜਾ ਹੈਗਾ BJP ਦੀ ਬੋਲੀ ਬੋਲ ਲਿਆ। ਪਰ ਮੇਨ ਹੈ ਕਿ ਜਿੰਨਾ ਚਿਰ ਤੱਥ ਸਾਹਮਣੇ ਨਹੀਂ ਆਉਂਦੇ ਆਪਾਂ ਨੇ ਅੱਗੇ ਜਰਨਲਿਸਟ ਕੋਈ ਗੱਲ ਨਹੀਂ ਕਰ ਸਕਦੇ, ਕਿਉਂਕਿ ਅਸੀਂ ਇੱਥੇ ਸਿਰਫ ਇੰਨਾ ਹੀ ਕਹਿ ਸਕਦੇ ਜਿਹੜਾ ਪੁਰਾਣਾ ਰੁਝਾਨ ਰਿਹਾ ਕਿ ਦੇਖੋ ਬੰਗਾਲ ਵਿੱਚ ਜਿਹੜਾ ਹਿੰਸਾ ਦਾ ਰਿਲੇਸ਼ਨ ਹੈ ਨਾ ਬੰਗਾਲ ਚੋਂ ਬਹੁਤ ਪੁਰਾਣਾ ਰਿਹਾ ਹੋਇਆ ਵਾ। ਤੇ ਆਪਣਾ ਜਿਹੜਾ ਚੋਣਾਂ ਦੇ ਵਿੱਚ ਵੀ ਚਾਹੇ ਰਾਜਨੀਤੀ ਵਿੱਚ ਵੀ ਜਦੋਂ ਲੈਫਟ ਦੀ ਗਵਰਨਮੈਂਟ ਸੀ ਉਹ ਵੀ ਹਿੰਸਾ ਕਰਦੀ ਹੁੰਦੀ ਸੀ, ਉਹ ਵੀ ਆਪਣੀ ਗੁੰਡਾਗਰਦੀ ਕਰਦੀ ਰਹੀ ਹੈ। ਜਦੋਂ ਮਮਤਾ ਆ ਗਈ ਫਿਰ ਮਮਤਾ ਕਰਨ ਲੱਗੀ ਹੈ। ਜਦੋਂ ਲੈਫਟ ਦੀ ਗਵਰਨਮੈਂਟ ਸੀ ਉਹ ਤ੍ਰਿਣਮੂਲ ਦੇ ਬੰਦੇ ਨੂੰ ਕੁੱਟਦੀ ਹੁੰਦੀ ਸੀਗੀ। ਜਦੋਂ ਤ੍ਰਿਣਮੂਲ ਦੇ ਬੰਦੇ ਆ ਕੇ ਉਹ ਲੈਫਟ ਵਾਲੇ ਨੂੰ ਕੁੱਟਣ ਲੱਗੇ, ਫਿਰ ਲੈਫਟ ਵਾਲੇ ਕਮਜ਼ੋਰ ਹੋ ਗਏ। ਉਦੋਂ ਬਾਅਦ ਵਿੱਚ ਹੁਣ ਉਹ ਭੜਾਂਗਾ BJP ਤੇ ਚੜਨ ਲੱਗ ਗਿਆ। ਤੇ BJP ਵਾਲੇ ਜਿਹੜੇ ਹੈਗੇ ਆ ਉਹ ਖੁਦ ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਸੈਂਟਰ ਦੀ ਸ਼ਾਇ ਆ, ਉਹਨਾਂ ਇਲਾਕਿਆਂ ਵਿੱਚ ਉਹ ਤ੍ਰਿਣਮੂਲ ਵਾਲਿਆਂ ਦੇ ਉੱਤੇ ਰੋਹ ਪਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਕੰਮ ਚੱਲਦਾ। ਇਹ ਇੱਥੋਂ ਇਹਦਾ ਮਤਲਬ ਕੀ ਕਿ ਬੰਗਾਲ ਦੇ ਵਿੱਚ ਜਿਹੜੀ ਹਿੰਸਾ ਦਾ ਇਤਿਹਾਸ ਹੈ ਇੱਕ, ਤੇ
ਇਹ ਆਜ਼ਾਦੀ ਤੋਂ ਪਹਿਲਾਂ ਵੀ ਰਿਹਾ ਹੋਇਆ, ਜਦੋਂ ਦੰਗੇ ਹੁੰਦੇ ਨੇ ਫਿਰਕੂ, ਬਲਕਿ ਫਿਰਕੂ ਦੰਗੇ ਤੋਂ ਬਿਨਾਂ ਵਾਲੀ ਜਿਹੜੀ ਹਿੰਸਾ ਵਾ, ਪਾਰਟੀ ਵਾਈਜ਼ ਹਿੰਸਾ ਹੈਗੀ ਆ, ਉਹ ਲੈਫਟ ਦੇ ਆਉਣ ਤੋਂ ਪਹਿਲਾਂ ਵੀ, ਜਦੋਂ ਕਾਂਗਰਸ, ਤੁਹਾਨੂੰ ਪਤਾ ਕਿ ਜਿਹੜੀ ਇਹ ਮਮਤਾ ਬੈਨਰਜੀ ਹੈ, ਮਮਤਾ ਬੈਨਰਜੀ ਕਿੱਥੋਂ ਨਿਕਲੀ ਆ? ਮਮਤਾ ਬੈਨਰਜੀ ਨਿਕਲੀ ਹੈ ਕਿ ਕਾਂਗਰਸ ਪਾਰਟੀ, ਕਿਉਂਕਿ ਪਹਿਲਾਂ ਤ੍ਰਿਣਮੂਲ ਕਾਂਗਰਸ ਤਾਂ ਇਹ ਨਹੀਂ ਬਣਾਈ ਹੈ ਨਾ, ਪਹਿਲਾਂ ਕਾਂਗਰਸ ਪਾਰਟੀ ਹੁੰਦੀ ਸੀ। ਕਾਂਗਰਸ ਪਾਰਟੀ ਦਾ ਇੱਕ ਯੂਥ ਵਿੰਗ ਹੁੰਦਾ ਸੀਗਾ ਜਿਹਨੇ ਪ੍ਰਧਾਨ ਸੀ, ਉਹਦੀ ਵੱਡੀ ਲੀਡਰ ਸੀਗੀ, ਜਿਹਦੇ ਵਿੱਚੋਂ ਕਿ ਤੁਸੀਂ ਦੇਖੋ ਕਿ ਜਿਹੜੀ ਉਦੋਂ ਕਾਂਗਰਸ ਦੇ ਰਾਜ ਵੇਲੇ, ਮਤਲਬ ਜਦੋਂ 76 ਤੋਂ ਪਹਿਲਾਂ 77 ਤੋਂ ਪਹਿਲਾਂ, ਉਦੋਂ ਇੱਕ ਹੋਇਆ ਕੀ ਸੀਗਾ ਕਿ ਇੱਕ ਇਹਨਾਂ ਨੇ ਜਿਹੜੀਆਂ ਇੱਕ ਟ੍ਰੇਡ ਯੂਨੀਅਨਾਂ ਦੇ ਉੱਤੇ ਬੜਾ ਤਕੜਾ ਹਮਲਾ ਕੀਤਾ ਸੀਗਾ। ਉਹ ਹਮਲੇ ਨੂੰ ਕਰਨ ਵਾਲਾ ਜਿਹੜਾ ਕਾਂਗਰਸ ਦਾ ਯੂਥ ਵਿੰਗ ਸੀਗਾ, ਉਹਦੇ ਲੀਡਰਾਂ ਵਿੱਚੋਂ ਇੱਕ ਮਮਤਾ ਬੈਨਰਜੀ ਸੀਗੀ ਉਸ ਸਮੇਂ। ਸੋ ਇਹ ਮਤਲਬ ਜਿਹਦਾ ਇਤਿਹਾਸ ਵੀ ਇੱਕ ਹਿੰਸਾ ਨਾਲ ਜੁੜਿਆ ਰਿਹਾ ਵਾ। ਇਹ ਬੰਗਾਲ ਦੀ ਹਿਸਟਰੀ ਹੈ, ਇੱਕ ਤਰ੍ਹਾਂ ਦੀ ਜਿਹੜੀ ਪੋਲੀਟੀਕਲ ਹਿਸਟਰੀ ਹੈ, ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਹੈਗੇ। ਸੋ ਮੈਨੂੰ ਲੱਗਦਾ ਵੀ ਆ ਜਿਹੜਾ ਤਾਜ਼ਾ ਮਾਮਲਾ ਹੈ, ਇਹਦੇ ਤੇ ਚੰਗੀ ਤਰ੍ਹਾਂ ਜਾਂਚ ਹੋ ਜੂ ਤਾਂ ਥੋੜਾ ਜਿਹਾ ਕੁਝ ਸਾਹਮਣੇ ਆ ਜਾਊਗਾ, ਨਹੀਂ ਕਹਿਣਾ ਬਹੁਤ ਮੁਸ਼ਕਿਲ। ਬਿਲਕੁਲ। ਬਲਵੀਰ ਸਿੰਘ ਸੈਣੀ ਜੀ, ਤੁਸੀਂ ਚੰਡੀਗੜ੍ਹ ਤੋਂ ਆਉਣੇ ਹੋ। ਧੰਨਵਾਦ ਜੀ ਤੇ ਸ਼ਿਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਰਿਹਾ ਸੀਗਾ ਅੱਜ ਸਮਾਧਾਨ ਤੇ ਗੱਲ ਇਹ ਹੈ, ਜਿੱਦਾਂ ਸੁਖਬੀਰ ਬਾਦਲ ਦੀ ਗੱਲ ਹੋਈ ਹੈ ਜਾਂ ਕਾਂਗਰਸ ਦੀ ਗੱਲ ਹੋਈ ਹੈ, ਕਿ ਕਾਂਗਰਸ 'ਚ ਵੀ ਜਵਾਹਰ ਲਾਲ ਨਹਿਰੂ ਦੇ ਟਾਈਮ ਵੈਸੇ ਤਾਂ ਰਾਜਗੁਰੂ ਭਗਤ ਸਿੰਘ ਸੁਖਦੇਵ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਜ਼ਾਦੀ ਦਾ ਸੁਪਨਾ ਲਿਆ ਸੀਗਾ, ਉਹ ਆਜ਼ਾਦੀ ਮਿਲੀ ਨਹੀਂ ਸਾਨੂੰ। ਤੇ ਉਹ ਸੱਤਾ ਉਹਨਾਂ ਹੱਥਾਂ 'ਚ ਚਲੇਗੀ ਜਿਹੜੇ ਕਿ ਸਰਮਾਏਦਾਰਾਂ ਦੇ ਪੱਖ ਪੂਰਦੇ ਸੀ। ਤੇ ਡਿਟੋਰੀਏਸ਼ਨ ਜਵਾਹਰ ਲਾਲ ਨਹਿਰੂ ਆਪ ਐਡਮਿਟ ਕਰਦਾ ਸੀਗਾ ਕਿ ਜਦੋਂ ਕਰਪਸ਼ਨ ਹੋਈ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ, ਦੇਸ਼ ਦਾ ਪੈਸਾ ਦੇਸ਼ 'ਚ ਹੀ ਹੈ। ਉਦੋਂ ਤੋਂ ਸ਼ੁਰੂ ਹੋ ਗਿਆ ਕੰਮ। ਫਿਰ ਹੁਣ ਅੱਜ ਦੀ ਡੇਟ 'ਚ ਦੇਖੋ, ਦੇਸ਼ ਦਾ ਪੈਸਾ ਮੈਕਸੀਮਮ ਬਾਹਰ ਪਿਆ 2 ਨੰਬਰ 'ਚ ਜੀ। ਰੋਕਿਆ ਵੀ ਨਹੀਂ, ਜਿਹੜਾ ਬਾਹਰ ਪੈਸਾ ਪਿਆ ਤੇ ਕੁਝ ਜਿਹੜਾ ਸਟੂਡੈਂਟਾਂ ਦੇ ਹੱਥੀਂ ਜਾ ਰਿਹਾ ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਨਾ। ਉਹਨਾਂ ਨੇ ਕਾਹਨੂੰ ਰੋਕਣਾ ਜੀ? ਉਹ ਤਾਂ ਮਤਲਬ ਕਿ ਏਦਾਂ ਦੇ ਹਾਲਾਤ ਪੈਦਾ ਹੀ ਨਹੀਂ ਕਰਨਾ ਚਾਹੁੰਦੇ ਹੈਗੇ ਜਿਸ ਦੇ ਨਾਲ ਸਟੂਡੈਂਟ ਬਾਹਰੋਂ ਜਾਣ, ਹਟ ਜਾਣ। ਕਿਉਂਕਿ ਕਿਸੇ ਨੂੰ PhD ਕਰਨ ਤੋਂ ਬਾਅਦ ਵੀ ਜਾਂ ਹੋਰ ਜਿੰਨੀ ਵੀ ਮੈਡੀਕਲ ਦੀ ਵੀ ਟੌਪ ਡਿਗਰੀ ਕਰਨ ਤੋਂ ਬਾਅਦ ਵੀ ਇੱਥੇ ਉਹਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਣਾ ਹੈਗਾ, ਤਾਂ ਉਹ ਬੱਚੇ ਬਾਹਰ ਹੀ ਜਾਣਗੇ। ਸਾਇੰਸਦਾਨ ਕਦੋਂ ਦੇ ਬਾਹਰ ਜਾ ਰਹੇ ਨੇ, ਹਰਗੋਬਿੰਦ ਖੁਰਾਣਾ ਤੋਂ ਲੈ ਕੇ ਹੋਰ ਵੀ ਪਹਿਲੇ ਤੋਂ ਵੀ, ਕਿਉਂਕਿ ਇੱਥੇ ਉਹਨਾਂ ਦੀ ਕਦਰ ਹੈ ਨਹੀਂ ਉਸ ਹਿਸਾਬ ਨਾਲ ਜੀ। ਤੇ ਏਦਾਂ ਹੀ ਸੁਖਬੀਰ ਸਿੰਘ ਬਾਦਲ ਦਾ, ਉਹਦੇ ਨਾਲ ਇੰਨੇ ਕੁ ਬੰਦੇ ਉਹਨੇ ਏਦਾਂ ਰੱਖੇ ਹੋਏ ਹੁੰਦੇ ਸੀ, ਭਾਵੇਂ ਉਹ ਗੱਲ ਬਿਲਕੁਲ ਗੱਪ ਵੀ ਮਾਰਦਾ ਸੀਗਾ, ਤਾਂ ਜਦੋਂ ਉਹ ਕਹਿ ਦਿੰਦੇ ਸੀ ਬੋਲੇ ਸੋ ਨਿਹਾਲ, ਜਦੋਂ ਉਹ ਜਕਾਰੇ ਲਾ ਦਿੰਦੇ ਸੀਗੇ, ਭਾਵੇਂ ਗੱਲ ਸਹੀ ਹੈ ਭਾਵੇਂ ਗਲਤ ਹੈ। ਸਹੀ ਤਾਂ ਖੈਰ ਉਹਨੇ ਕੀ ਕਰਨੀ ਹੈ, ਗਲਤ ਗੱਲਾਂ ਤੇ ਬਸ ਫਿਰ ਉਹੀ ਹੁਣ ਹੋ ਰਿਹਾ ਕਿ ਵੀ ਜੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਜੀ, ਤੁਸੀਂ ਰਹਿਣ ਦਿਓ ਜੀ, ਨਾ ਦਿਓ ਜੀ। ਉਹਨਾਂ ਨੇ ਇਹ ਸਾਰੇ ਡਰਾਮੇ ਆ। ਤੇ ਓਦਾਂ ਹੀ ਰਾਜੀਵ ਗਾਂਧੀ ਦਾ, ਇਹਦਾ ਰਾਹੁਲ ਦਾ ਵੀ ਇਹੀ ਪੰਗਾ। ਰਾਹੁਲ ਕਿੰਨੀ ਦੇਰ ਹਟਿਆ ਵੀ ਰਿਹਾ, ਪਰ ਤਾਂ ਵੀ ਜਿਹੜੇ ਭਗਤ ਹੈ ਜਾਂ ਅੰਧ ਭਗਤ ਹੈ ਨਹਿਰੂ ਫੈਮਿਲੀ ਦੇ, ਗਾਂਧੀ ਫੈਮਿਲੀ ਦੇ, ਉਹ ਬਸ ਜੀ ਠੀਕ ਹੈ, ਇਹੀ ਬਚਾ ਸਕਦੇ ਆ, ਇਹੀ ਹੈ। ਕਿਉਂਕਿ ਪੈਸਾ ਸਾਰਾ ਇਹਨਾਂ ਦੋਨਾਂ ਕੋਲ ਹੈ, ਇੱਧਰ ਬਾਦਲਾਂ ਕੋਲ ਹੈ, ਸਾਰਾ ਇਕੱਠਾ ਕਰਿਆ ਹੋਇਆ ਇਹਨਾਂ ਨੇ ਠੱਗੀ ਨਾਲ, ਤੇ ਉਧਰ ਕਾਂਗਰਸ ਦਾ ਇਹਨਾਂ ਕੋਲ ਹੈ, ਗਾਂਧੀ ਪਰਿਵਾਰ ਕੋਲ ਹੈ ਜੀ। ਧੰਨਵਾਦ ਜੀ। ਮਿਹਰਬਾਨੀ ਜੀ, ਮਿਹਰਬਾਨੀ ਜੀ। ਇਹਦੇ ਵਿੱਚ ਇੱਕ ਤਾਂ ਥੋੜਾ ਜਿਹਾ ਠੀਕ ਕਰਾਉਣਾ ਚਾਹਣਾ ਮੈਂ। ਇੱਕ ਨਾ ਆਪਾਂ ਬਚਪਨ ਦੇ ਵਿੱਚ ਸੁਣਦੇ ਆਏ ਆ ਵੀ ਨਹਿਰੂ ਨੇ ਕਿਹਾ ਸੀਗਾ ਵੀ ਜਿਹੜਾ ਦੇਸ਼ ਦਾ ਪੈਸਾ ਦੇਸ਼ ਦੇ ਵਿੱਚ ਰਹਿ ਜਾਂਦਾ। ਇਹ ਕਾਫੀ ਸਮੇਂ ਤੱਕ ਤਾਂ ਮੈਂ ਵੀ ਸੁਣਦਾ ਆਇਆ ਸੀਗਾ, ਪਰ ਮੈਨੂੰ ਵੀ ਬਹੁਤ ਬਾਅਦ ਵਿੱਚ ਜਾ ਕੇ ਪਤਾ ਲੱਗਿਆ ਵੀ ਇਹ ਵੈਸੇ ਇਹ ਤੱਥ ਠੀਕ ਨਹੀਂ ਹੈਗਾ। ਮਤਲਬ ਇਹ ਤੱਥ ਨਾ ਰੋਂਗ ਹੈ। ਇਹਦੇ ਬਾਰੇ ਭਾਰਤ ਦੇ ਇੱਕ ਬਹੁਤ ਵੱਡੇ ਪੱਤਰਕਾਰ ਹੈਗੇ ਨੇ ਇਜਾਜ਼ ਅਸ਼ਰਫ, ਉਹਨਾਂ ਨੇ ਇਹ ਗੱਲ ਲਿਖੀ ਸੀ ਵੀ ਕਿਤੇ ਵੀ ਰਿਕਾਰਡ 'ਚ ਨਹੀਂ ਹੈਗੀ ਗੱਲ ਵੀ ਨਹਿਰੂ ਨੇ ਗੱਲ ਆਖੀ ਸੀਗੀ। ਤੇ ਉਹਨਾਂ ਨੇ ਮਤਲਬ ਇਹ ਗੱਲ ਹੋ ਸਕਦਾ ਵੀ ਇਹਦੇ ਲਈ ਕੋਈ ਤਕੜੇ ਕਦਮ ਨਾ ਚੁੱਕੇ ਹੋਣ ਜਾਂ ਹੋਰ, ਜਾਂ ਇਹਨੂੰ ਕੋਈ ਵੀ ਨਿੱਜੀ ਤੌਰ ਤੇ ਜਿਵੇਂ 2 ਮਿੱਤਰਾਂ ਨੇ ਬਹਿ ਕੇ ਗੱਲ ਕਰ ਲਈ ਹੋਵੇ ਮਜ਼ਾਕ 'ਚ ਉਹ ਕਰ ਲਈ, ਪਰ ਉਂਝ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਵੀ ਜਿਹੜੀ ਉਹ ਨਹਿਰੂ ਨੇ ਕੀਤੀ ਹੋਵੇ। ਇਹ ਕਿਤੇ ਨਾ ਕਿਤੇ ਕਈ ਗੱਲਾਂ ਵੈਸੇ ਹੀ ਚੱਲੀਆਂ ਆ ਰਹੀਆਂ ਨਹਿਰੂ ਨਾਲ। ਜਿਵੇਂ ਹੁਣ ਮਾਫ਼ ਕਰਨਾ, ਜਿਵੇਂ ਹੁਣ ਮੋਦੀ ਨੇ ਇੱਕ ਵਾਰ ਇੱਕ ਸ਼ਗੂਫਾ ਜਿਹਾ ਛੱਡਤਾ ਸੀਗਾ ਵੀ ਦੇਖੋ ਜੀ, ਜਦੋਂ ਭਗਤ ਸਿੰਘ ਜੇਲ੍ਹ ਦੇ ਵਿੱਚ ਸੀਗਾ ਵੀ ਨਹਿਰੂ ਨੂੰ ਮਿਲਣ ਨਹੀਂ ਗਿਆ ਹੈਗਾ ਜੇਲ੍ਹ ਦੇ ਵਿੱਚ। ਇਹ ਬਿਲਕੁਲ ਗਲਤ ਸੀਗਾ ਕਿ ਨਹਿਰੂ 1 ਵਾਰ ਨਹੀਂ 2 ਵਾਰ ਨਹੀਂ 3 ਵਾਰ ਮਿਲ ਕੇ ਆਇਆ ਸੀਗਾ ਉਹਨੂੰ। ਤੇ ਉਹਦੇ ਬਾਰੇ ਉਸ ਸਮੇਂ ਦੇ ਰਿਕਾਰਡ ਵੀ ਪਏ ਹੈਗੇ ਨੇ।
ਤੇ ਉਸ ਸਮੇਂ ਦੇ ਕੁਝ ਜਿਹੜੇ ਕਮਿਊਨਿਸਟ ਲੀਡਰਾਂ ਨੇ ਵੀ ਦੱਸਿਆ ਹੋਇਆ ਸੀਗਾ ਅਖਬਾਰਾਂ 'ਚ ਖਬਰਾਂ ਵੀ ਛਪੀਆਂ ਸੀ ਵੀ ਨਹਿਰੂ ਮਿਲ ਕੇ ਆਇਆ ਸੀ, ਜਦਕਿ ਉਹ ਗਲਤ ਸੀਗਾ। ਇਸੇ ਤਰ੍ਹਾਂ ਇੱਕ ਹੋਰ ਗੱਪ ਚਲਾਇਆ ਵੀ ਦੇਖੋ ਜੀ ਜਿਹੜਾ ਗਾਂਧੀ ਹੈ, ਗਾਂਧੀ ਨੇ ਜਿਹੜਾ ਹੈਗਾ ਵਾ ਸ਼ਰਧਾਂਜਲੀ ਨਹੀਂ ਦਿੱਤੀ ਹੈਗੀ ਨਹਿਰੂ ਭਗਤ ਸਿੰਘ ਦੀ ਡੈਥ ਤੋਂ ਬਾਅਦ, ਜਦਕਿ ਗੱਲ ਇਹ ਸੀ ਕਿ ਗਾਂਧੀ ਦੀ ਸ਼ਰਧਾਂਜਲੀ ਰਿਕਾਰਡ 'ਚ ਹੈਗੀ ਹੈ। ਇਹਦੀ ਪਿੱਛੇ ਜਿਹੀ ਇੱਕ ਅਸ਼ੋਕ ਪੰਡਤਾ ਬਹੁਤ ਵਧੀਆ ਲੇਖ ਹੈਗੇ ਨੇ ਹਿੰਦੀ ਦੇ, ਉਹਨਾਂ ਨੇ ਕਸ਼ਮੀਰਨਾਮਾ ਕਿਤਾਬ ਲਿਖੀ ਹੋਈ ਹੈ, ਉਹਨਾਂ ਨੇ ਜ਼ਿਕਰ ਕੀਤਾ। ਸਗੋਂ ਉਹਨਾਂ ਨੇ ਇੱਕ ਬੜਾ ਕਮਾਲ ਦੀ ਗੱਲ ਕੀਤੀ ਵੀ ਗਾਂਧੀ ਨੇ ਤਾਂ ਸ਼ਰਧਾਂਜਲੀ ਦਿੱਤੀ ਆ ਪਈ ਰਿਕਾਰਡ ਤੇ, ਪਰ ਤੁਹਾਨੂੰ ਦੱਸੋ ਵੀ RSS ਦੇ ਗੋਲਵਲਕਰ ਨੇ ਕਦੋਂ ਦਿੱਤੀ ਹੈ, ਤੁਹਾਡੇ ਜਿਹੜਾ ਹੈਗਾ ਦੂਜਾ ਜਿਹੜਾ ਹੈਗਾ ਸਾਵਰਕਰ ਨੇ ਕਦੋਂ ਦਿੱਤੀ ਹੈ, ਆ ਜਿਹੜਾ ਮੁਖਰਜੀ ਆ ਉਹਨੇ ਕਦੋਂ ਦਿੱਤੀ ਹੈ। ਉਹ ਸੰਘ ਦੇ ਕਿਸੇ ਵੀ ਬੰਦੇ ਨੇ ਭਗਤ ਸਿੰਘ ਦੇ ਬਾਰੇ 2 ਸ਼ਬਦ ਤੱਕ ਨਹੀਂ ਬੋਲੇ ਹੋਏ ਸੀ। ਸੋ ਇਸ ਨੇ ਤੱਥਾਂ ਦੇ ਵਿੱਚ ਬੜਾ ਕੁਛ ਉਲਝਾਉਣ ਲਈ ਕੀਤਾ ਹੁੰਦਾ। ਉਹ ਚੀਜ਼ਾਂ ਸਾਡੇ ਕਿਤੇ ਨਾ ਕਿਤੇ ਦਿਮਾਗਾਂ 'ਚ ਪਈਆਂ ਵੀ ਹਾਂ ਇਹਨੇ ਆਏ ਕਿਹਾ ਹੋਊਗਾ, ਉਹ ਚੀਜ਼ਾਂ ਨੂੰ ਸਾਨੂੰ ਜ਼ਰੂਰ ਬਚਣਾ ਚਾਹੀਦਾ ਹੈਗਾ। ਉਹ ਚੀਜ਼ ਮੇਰੇ ਖਿਆਲ ਠੀਕ ਨਹੀਂ ਸੀ। ਬਾਕੀ ਠੀਕ ਹੈ, ਉਹਨਾਂ ਦੇ ਆਪਣੇ ਵਿਚਾਰ ਸੀ ਸਾਡੇ ਕੋਲਰ ਦੇ, ਉਹ ਵਧੀਆ ਵਿਚਾਰ ਸੀ ਜੀ। ਦੂਜਾ ਕਾਲ ਲੈਣੇ ਜੀ 9264 ਤੇ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਵਰਨ ਜੀ, ਵੱਡੇ ਭਰਾਵਾਂ ਗੁਰਦੀਪ ਬੋਲਦਾ, ਸੇਲਵਰਾ ਰਾਮਪੁਰਾ ਫੂਲ ਜੀ। ਬੋਲੋ ਜੀ। ਕਈ ਵਾਰੀ ਫੋਨ ਕਰਿਆ ਭਰਾਵਾ, ਕਿਤੇ ਚੱਕ ਲੈਣਾ ਕਿਤੇ ਨਹੀਂ ਚੱਕਦੇ। ਬਖਤੌਰ ਢਿੱਲੋਂ ਨਾਲ ਵੀ ਗੱਲ ਹੁੰਦੀ ਹੈ, ਉਹ ਵੀ ਬਾਈ ਜੀ ਆਪਾਂ ਪ੍ਰੋਗਰਾਮ ਤੇ ਗੱਲ ਕਰੀਏ, ਪ੍ਰੋਗਰਾਮ ਬਾਰੇ ਸਵਰਨ ਮੇਰੀ ਗੱਲ ਸੁਣ ਜੀ ਵੀ ਕੀ ਇਹ ਅੱਜ ਜਿਹੜੀ ਵੀ ਪਾਰਟੀ ਜਿੱਤ ਕੇ ਹੁਕੂਮਤ 'ਚ ਆ ਗਈ, ਕੀ ਮਸਲੇ ਹੱਲ ਹੋ ਜਾਣਗੇ? ਇੱਕ ਨੰਬਰ 2, ਸਵਰਨ ਮੈਂ ਤੈਨੂੰ ਐ ਪੁੱਛਦਾ ਵੀ ਤੂੰ ਵੱਡਾ ਭਰਾ ਹੈ, ਤੇਰੀ ਨਾ ਮੈਂ ਇੱਕ ਉਹ ਵੀਡੀਓ ਦੇਖੀ ਵੀ ਜਦੋਂ ਤੂੰ ਕਾਲਜ ਪੜ੍ਹਦਾ ਵੀ ਸੀ ਤੇ ਨਰਮੇ ਦਾ ਤੇਰਾ ਏਰੀਆ, ਤੇਰੇ ਮੈਂ ਉੱਥੇ ਜਾ ਕੇ ਆਇਆ ਜੀ, ਸੈਂਡੋਜ ਦੀ ਉਹ ਦਵਾਈ ਸੀ ਤੇ ਜਦੋਂ ਨਕਲੀ ਵੇਚੀਆਂ ਗਈਆਂ, ਨਕਲੀ ਆਈਆਂ, ਭਰਾਵਾ ਮੇਰੀ ਗੱਲ ਸੁਣ ਲਾ, ਜਿੰਨਾ ਚਿਰ ਨਕਲੀ ਇਹ ਸਾਰਾ ਕੁਝ ਬੰਦ ਨਹੀਂ ਹੁੰਦਾ ਉਹਨਾਂ ਚਿਰ ਇਸ ਮਸਲੇ ਦਾ ਕੋਈ ਹੱਲ ਨਹੀਂ। ਦੇਖ, ਜਿੱਤ ਲੈਣਾ ਵਧੀਆ ਗੱਲ ਆ। ਮੈਂ ਬਾਈ ਬਖਤੌਰ ਢਿੱਲੋਂ ਨੂੰ ਕਈ ਵਾਰੀ ਫੋਨ ਕਰਿਆ ਤੇ ਉਹ ਪਤਾ ਕਿਵੇਂ ਬੋਲਦਾ, ਮੈਨੂੰ ਯਾਰ ਫੋਨ ਨਾ ਕਰਿਆ ਕਰ। ਮੈਂ ਚੱਲ ਭਾਈ ਨਹੀਂ ਕਰਦਾ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਵੀ ਭਰਾਵੋ, ਕੀ ਤੁਸੀਂ NIR ਉਹੀ ਉਹਨਾਂ ਦੇ ਫੋਨ ਸੁਣਦੇ ਹੋ ਵੀ ਜਿਨ੍ਹਾਂ ਦੇ ਕੋਈ ਖਾਤੇ ਸਾਰਾ ਕੁਛ ਹੈਗਾ, ਕਿ ਮੇਰੇ ਵਰਗੇ ਸੁਣ ਲੈਂਦੇ ਹੋ? ਬਾਈ ਜੀ ਹੁਣ ਗੱਲ ਸੁਣੋ, ਤੁਸੀਂ ਆਪਾਂ ਇਹੀ ਗੱਲ ਆ ਗਈ ਨਾ, ਇਸੇ ਕਰਕੇ ਕਹਿੰਦੇ ਕਿ ਰੇਡੀਓ ਦੇ ਉੱਤੇ ਜਿਹੜਾ ਤੁਸੀਂ ਲਾਂਭਾ ਦਿੱਤਾ ਹੈ ਤੁਹਾਡਾ ਫੋਨ, ਚਲੋ ਮੈਂ ਇੱਥੇ ਤੁਹਾਡਾ ਮੈਂ ਭਰਾਵਾ ਮੈਂ ਤੈਨੂੰ ਐਂ ਗੱਲ ਬਖਤੌਰ ਨੂੰ ਬਾਈ ਨੂੰ ਢਿੱਲੋਂ ਨੂੰ ਵੀ ਕਹਿਣਾ ਤੇ ਸਵਰਨ ਤੈਨੂੰ ਵੀ ਵੱਡੇ ਭਰਾ ਨੂੰ ਕਹਿਣਾ ਵੀ ਉਹ ਜਿਹੜਾ ਗੁਰਿੰਦਰ ਇਟਲੀ ਵਾਲਾ ਬਾਈ ਜੀ ਇਹ ਆਪਾਂ ਗੱਲਾਂ ਫੇਰ ਕਰਾਂਗੇ। ਧੰਨਵਾਦ। ਇਹੀ ਗੱਲ ਹੈ ਜੀ, ਮੈਨੂੰ ਕੱਟਣਾ ਪੈ ਰਿਹਾ ਕਿਉਂਕਿ ਤੁਸੀਂ ਸਮਾਂ ਖਾ ਰਹੇ ਹੋ, ਤੁਹਾਡੀ ਨਿੱਜੀ ਗੱਲ ਆ ਉਹ ਅਲੱਗ ਤੌਰ ਦੇ ਉੱਤੇ ਕਰੋ। ਗੱਲ ਭਾਈ ਜੀ ਦੀ ਜਿਹੜੀ ਗੁਰਦੀਪ ਸਿੰਘ ਦੀ ਹੈ, ਆਪਣੇ ਕੀ ਕਹਿੰਦੇ ਆ ਸ਼ਿਵਿੰਦਰ ਜੀ, ਉਹ ਇਹ ਕਹਿੰਦੇ ਨੇ ਕਿ ਨਕਲੀ ਜਿਹੜੀਆਂ, ਬਿਲਕੁਲ ਮੈਂ ਬੜੀ ਗੱਲ ਤੋਂ ਮੈਂ ਕਹਿੰਦਾ ਕਿ ਮੈਂ ਜੋ ਪੈਸਟੀਸਾਈਡ ਦੇ ਉੱਤੇ ਉਦੋਂ ਕੰਮ ਵੇਖਿਆ ਸਾਰਾ ਕੁਛ, ਕਿ ਕਿਵੇਂ ਦਿੱਲੀ ਦੀ ਸਬਜ਼ੀ ਮੰਡੀ ਤੋਂ ਨਕਲੀ ਸੈਂਡੋਜ ਦੀ ਕੁਇਨਲ ਫਾਸਟ ਚੱਲਦੀ ਸੀ, ਕਿਵੇਂ ਐਕਸਲ ਦੀ ਜਿਹੜੀ ਹੈ ਕੰਪਨੀ ਦੀ ਉਹ ਐਂਡੋਸਲਫਾਨ ਚੱਲਦੀ ਸੀ, ਜਿਹੜੀਆਂ ਉਦੋਂ ਵਿਕਦੀਆਂ ਸੀ, ਕਿਉਂਕਿ ਇਹਦੇ ਪਿੱਛੇ ਇੱਕ ਮਾਫੀਆ ਸੀ ਤੇ ਪੰਜਾਬ ਦਾ ਜਿਹੜੀ ਕਾਟਨ ਦੀ ਨਰਮੇ ਦੀ ਜਿਹੜੀ ਫਸਲ ਨੂੰ ਤਬਾਹ ਕਰਨ ਦੇ ਵਿੱਚ ਇਹਦੇ 'ਚ ਬਹੁਤ ਵੱਡਾ ਯੋਗਦਾਨ ਸੀ। ਤੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਨਕਲੀ ਬੀਜ, ਤੇ ਹੁਣ ਵੀ ਜੇਕਰ ਗੱਲ ਕਰੀਏ ਗੁਲਾਬੀ ਸੁੰਡੀ ਦਾ ਰੌਲਾ ਪਾਇਆ ਜਾ ਰਿਹਾ ਬਹੁਤ ਵੱਡਾ। ਇਹ ਗੁਲਾਬੀ ਸੁੰਡੀ ਦੇ ਪੈਣ ਦਾ ਕਾਰਨ ਜਿਹੜਾ ਉਹ ਅੱਜ ਨਹੀਂ ਉਹ ਹੁਣ ਹੋਣਾ ਜੋ ਮਰਜ਼ੀ ਕਰ ਲਓ, ਇਹ ਫਸਲ ਜਦੋਂ ਤੁਸੀਂ ਚੁਗ ਲੈਂਦੇ ਹੋ ਉਸੇ ਦਿਨ ਹੀ ਤੁਹਾਨੂੰ ਉਹਦਾ ਇੰਤਜ਼ਾਮ ਕਰਨਾ ਪੈਣਾ, ਕਿਉਂਕਿ ਗੁਲਾਬੀ ਸੁੰਡੀ ਦਾ ਜਿਹੜਾ ਲਾਰਵਾ ਇਹਦਾ ਰੈਜ਼ੀਡੂਅਲ ਇਫੈਕਟ ਬਹੁਤ ਲੰਮਾ ਚੱਲਦਾ। ਤੇ ਜਿਹੜੇ ਸਾਡੇ ਕਹੇ ਜਾਂਦੇ ਸੀ ਰੈਜ਼ਿਸਟੈਂਸ ਕ੍ਰੀਏਟਡ ਹਾਈਬ੍ਰਿਡ ਸੀਡ ਹੈ, ਇਹਨਾਂ ਦੇ ਆਲੇ ਦੁਆਲੇ ਦੇਸੀ ਨਰਮੇ ਦਾ ਜਾਂ ਕਪਾਹ ਦੀ ਇੱਕ ਛੋਟੀ ਥੈਲੀ ਦਿੱਤੀ ਜਾਂਦੀ ਸੀ ਵੀ ਖੇਤ ਦੇ ਆਲੇ ਦੁਆਲੇ 4 ਓੜੇ ਜਿਹੜੇ ਤੁਸੀਂ ਉਹ ਜ਼ਰੂਰ ਲਾਉਣੇ ਆ, ਉਹ ਖਤਮ ਕਰ ਦਿੱਤੇ ਗਏ। ਇਹੋ ਜਿਹੀਆਂ ਗੱਲਾਂ ਨਹੀਂ ਕਰ ਰਿਹਾ ਜੀ। ਦੇਖੋ ਜਿਹੜਾ ਸਵਰਨ ਦੀ ਗੱਲ ਹੈ ਕਿ ਜਦੋਂ ਆਪਾਂ ਕਹਿੰਦੇ ਸੀ ਨਾ ਵੀ ਗ੍ਰੀਨ ਰੈਗੂਲੇਸ਼ਨ ਆਇਆ ਜਾਂ ਹਰੀ ਕ੍ਰਾਂਤੀ ਆਈ ਆ, ਬਹੁਤ ਸਾਰੇ ਲੋਕ ਉਹ ਹਰੀ ਕ੍ਰਾਂਤੀ ਉੱਤੇ ਵੀ ਸਵਾਲ ਚੁੱਕ ਰਹੇ ਸੀਗੇ ਵੀ ਕਿਤੇ ਜਿਹੜੀ ਹਰੀ ਕ੍ਰਾਂਤੀ ਹੈ ਕਿਉਂਕਿ ਇਹ ਮਾਡਲ ਪਹਿਲਾਂ ਤਾਂ ਵਧੀਆ ਲੱਗਣ ਲੱਗ ਗਿਆ ਵੀ ਦੇਖੋ ਜੀ ਫਸਲ ਬਹੁਤ ਵਧੀਆ ਹੋਣ ਲੱਗ ਗਈ, ਉਹਦਾ ਮੁੱਲ ਮਿਲਣ ਲੱਗ ਗਿਆ, ਫਲਾਨਾ। ਲੇਕਿਨ ਜਦੋਂ ਬਾਅਦ ਵਿੱਚ ਅਸੀਂ ਇਹਦੇ ਦੁਰਪ੍ਰਭਾਵ ਦੇਖੇ, ਖਾਸ ਕਰਕੇ 10-15 ਸਾਲਾਂ ਵਿੱਚ ਦੇਖਣ ਨੂੰ ਮਿਲੇ ਨੇ ਸਾਡੀ ਖੇਤੀ ਨੂੰ ਕਿਵੇਂ ਪ੍ਰਭਾਵਿਤ ਹੋਈਆਂ, ਉਦੋਂ ਫਿਰ ਵਿਦਵਾਨਾਂ ਦਾ ਇੱਕ ਇਹ ਵੀ ਵਿਚਾਰ ਬਣਿਆ ਵੀ ਜਿਹੜੀ ਇਹ ਹਰੀ ਕ੍ਰਾਂਤੀ ਸੀ ਕਿਤੇ ਛਲਾਵਾ ਤਾਂ ਨਹੀਂ ਸੀਗਾ। ਇਹ ਮਤਲਬ ਸਾਡਾ ਜਿਹੜਾ ਇੱਕ ਪੁਰਾਣਾ ਇੱਕ ਸੀਗਾ ਚੰਗਾ ਜਿਹਾ ਹਿਸਾਬ ਕਿਤਾਬ ਸੀਗਾ ਜਿਹਦੇ ਵਿੱਚ ਲਗਭਗ ਬਹੁਤ ਸਾਰੀਆਂ ਫਸਲਾਂ ਹੁੰਦੀਆਂ ਸੀ, ਅਸੀਂ ਕੋਈ ਇਸ ਤਰ੍ਹਾਂ ਦੀ ਜਿਹੜੇ ਦਵਾਈਆਂ ਦੀ ਵਰਤੋਂ ਨਹੀਂ ਕਰਦੇ ਹੁੰਦੇ ਸੀ, ਉਦੋਂ ਕਿਤੇ ਵਧੀਆ ਸੀਗੇ। ਉਹ ਇੱਕ ਵੱਡਾ ਸਵਾਲ ਹੈ, ਬਹੁਤ ਇਹ ਸਵਾਲ ਜਿਹੜਾ ਬੜਾ ਵੱਡੇ ਪ੍ਰਪੇਖ ਵਿੱਚ ਦੇਖਿਆ ਜਾ ਸਕਦਾ, ਪਰ ਉਹ ਮਸਲਾ ਇਹ ਹੈਗਾ ਕਿ ਇਹਦੀ ਜਿਹੜਾ ਹੱਲ ਹੈ ਨਾ ਇਹਦਾ ਹੱਲ ਕੋਈ ਇੰਨਾ ਸਖਾਲਾ ਨਹੀਂ ਹੈਗਾ। ਇਹਦੇ ਲਈ ਤੁਹਾਨੂੰ ਇੱਕ ਆਪਣਾ ਸਿਸਟਮ ਨੂੰ ਚੇਂਜ ਕਰਨਾ ਪਊ, ਹੋ ਸਕਦਾ ਇਹਦੇ ਵਿੱਚ ਕੋਈ ਗੱਲ ਨਹੀਂ, ਪਰ ਇਹਦੇ ਵਿੱਚ ਮੈਨੂੰ ਲੱਗਦਾ ਵੀ
ਸੂਬੇ ਸਰਕਾਰਾਂ ਦੇ ਨਾਲ ਸਟੇਟ ਸੈਂਟਰ ਗਵਰਨਮੈਂਟ ਦਾ ਤੇ ਅਦਰ ਸਟੇਟਸ ਦਾ ਹੀ ਬਹੁਤ। ਹੁਣ ਦੇਖੋ ਬੀ ਹੈ ਸਾਡੇ ਜਿਹੜੇ ਕਿਸਾਨ ਭਰਾ, ਹੁਣ ਦੇਖੋ ਗੁਜਰਾਤ ਤੋਂ ਬੀ ਲਿਆਉਣਾ ਸ਼ੁਰੂ ਕਰਤਾ, ਕੋਈ ਪੁੱਛਿਆ ਨਹੀਂ ਕੀਤਾ ਨਹੀਂ ਉਹ ਸਰਟੀਫਾਈਡ ਹੈ ਜਾਂ ਨਹੀਂ ਹੈ, ਫਿਰ ਇੱਥੇ ਆ ਕੇ ਦੂਜਿਆਂ ਨੂੰ ਵੀ ਉਹ ਖਰਾਬ ਕਰਦਾ, ਕਿਉਂਕਿ ਜਿਹੜਾ ਉਹਦੇ ਵਿੱਚ ਕੋਈ ਬਿਮਾਰੀ ਆ ਗਈ ਤਾਂ ਨਾਲ ਦੇ ਨੂੰ ਇਹ ਤਾਂ ਹੈ ਨਹੀਂ ਵੀ ਕੰਧ ਕੱਢੀ ਵੀ ਹੈ। ਚੀਨ ਦੀ ਕੰਧ ਤਾਂ ਹੈ ਨਹੀਂ ਕਿ ਵੀ ਕੰਧ ਨਹੀਂ ਟੱਪੀ ਜਾਣੀ, ਇਹਦਾ ਵੱਟ ਨਾ ਵੱਟ ਸਾਂਝੀ, ਉਹਨੇ ਪਤਾ ਨਹੀਂ ਕਿੱਥੋਂ ਤੱਕ ਜਾਣਾ। ਬਾਕੀ ਇਹਦੇ ਵਿੱਚ ਤੁਹਾਨੂੰ ਪਤਾ ਵੀ 15 ਦੇ ਵਿੱਚ ਜਿਹੜਾ ਜਿੰਨਾ ਵੀ ਉਹ ਆਪਣਾ ਇਹ ਘਟਾਲੇ ਹੋਏ ਸੀਗੇ, ਆ ਜਿਹੜਾ ਸਾਰਾ ਇਹਦੇ ਇਸ ਜੇ ਪੈਸਟੀਸਾਈਡ ਦਾ ਉਹਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਵੀ ਫਿਰ ਕੀ ਇਹਦੇ ਬਹਾਨੇ ਕੀ ਗੰਦ ਵੀ ਵਿਕਣ ਲੱਗਿਆ ਹੈਗਾ, ਜਿਹੜਾ ਕਿ ਸਾਡੀ ਖੇਤੀ ਲਈ ਵੈਸੇ ਹੀ ਖਤਰਨਾਕ ਹੈਗਾ। ਸੋ ਇਸ ਕਰਕੇ ਇਹ ਨਾ ਇੱਕ ਤਰ੍ਹਾਂ ਦਾ ਨਾ ਉਹੀ ਕਾਰਪੋਰੇਟ ਸਿਸਟਮ ਦਾ ਹਿੱਸਾ ਬਣ ਚੁੱਕਿਆ ਵਾ, ਜਿਹਨੇ ਕਿ ਆਪਣਾ ਫਾਇਦਾ ਲਿਆ, ਫਾਇਦੇ ਲੈਣ ਤੋਂ ਬਾਅਦ ਸਾਡੀਆਂ ਫਸਲਾਂ ਨੂੰ, ਸਾਡੀਆਂ ਨਸਲਾਂ ਨੂੰ ਤਬਾਹ ਕੀਤਾ। ਇਹਦੇ ਲਈ ਹੁਣ ਇੱਕ ਰਣਨੀਤੀ, ਜਿਹੜੀ ਲੰਮੀ ਰਣਨੀਤੀ ਦੀ ਲੋੜ ਹੈਗੀ ਹੈ, ਜਿਹਦੇ ਵਿੱਚ ਤੁਸੀਂ ਨਿਕਲਣਾ। ਅੱਛਾ, ਇੱਕਦਮ ਹੁਣ ਜਿਹੜੀ ਖੇਤੀ ਅਪਣਾ ਚੁੱਕੇ ਉਹਦੇ ਵਿੱਚ ਉਹ ਵੀ ਨਿਕਲਣਾ ਠੀਕ ਨਹੀਂ ਹੈਗਾ। ਮਤਲਬ ਉਹ ਇੱਕ ਸਾਇੰਟੀਫਿਕ ਢੰਗ ਨਾਲ ਕਿਵੇਂ ਕੱਢਿਆ ਜਾ ਸਕਦਾ, ਇਹ ਮਤਲਬ ਪ੍ਰੋਬਲਮ ਕੀ ਹੈ ਇਸ ਵਾਰ ਨੇ ਉਹ ਹੈਗਾ ਕਿ ਜਿਹੜਾ ਨਾ ਸਾਡੀ ਖੇਤੀ ਹੈ ਉਹਦੇ ਵਿੱਚ ਕੀ ਆ ਗਿਆ ਵੀ ਸਾਡੀਆਂ ਸਰਕਾਰਾਂ ਦੀ ਖੇਤੀਬਾੜੀ ਤਰਜੀਹ ਰਹੀ ਨਹੀਂ ਹੈਗੀ, ਉਹਨਾਂ ਦੀ ਰਹੀ ਹੈ ਇੰਡਸਟਰੀ ਲੱਗੀ ਹੋਈ ਹੈ। ਕਿਉਂਕਿ ਜੇ ਤਾਂ ਸਰਕਾਰਾਂ ਜਿਹੜੀਆਂ ਖੇਤੀਬਾੜੀ ਬਾਰੇ ਗੰਭੀਰ ਹੁੰਦੀਆਂ ਤਾਂ ਉਹ ਆਪਣੀ ਇੱਕ ਰਣਨੀਤੀ ਬਣਾਉਂਦੀਆਂ, ਠੀਕ ਹੈ ਵੀ ਹਾਂ ਅਸੀਂ ਖੇਤੀਬਾੜੀ ਬਾਰੇ ਇਦਾਂ ਸੋਚਣਾ, ਸਾਡਾ ਇਹ ਮਾਡਲ ਹੈਗਾ। ਹੁਣ ਪ੍ਰੋਬਲਮ ਇਹ ਆ ਗਈ ਕਿ ਜਿਹੜੀਆਂ ਨਵੀਆਂ ਸਰਕਾਰਾਂ ਉਹ ਹੈਗੀਆਂ ਜਿਹੜੀਆਂ ਇੰਡਸਟਰੀਅਲ ਜਿਹੜਾ ਹੈਗਾ ਰੈਗੂਲੇਸ਼ਨ ਦੇ ਨਾਂ ਥੱਲੇ ਇੰਡਸਟਰੀ ਨੂੰ ਵਧਾਵਾ ਦੇਣਾ, ਇਹਦੇ ਵਿੱਚ ਕਾਰਪੋਰੇਟ ਸਿਸਟਮ ਨੂੰ ਵਧਾਵਾ ਦੇਣਾ, ਉਹ ਚੀਜ਼ਾਂ ਨੂੰ ਵਧਾਵਾ ਦੇਣ ਲੱਗੀ ਤੇ ਖੇਤੀ ਇਹਨਾਂ ਦੇ ਏਜੰਡੇ ਤੇ ਨਹੀਂ। ਹੁਣ ਖੇਤੀ ਤਾਂ ਬਿਲਕੁਲ, ਖੇਤੀ ਤਾਂ ਮੈਂ ਗੱਲ ਕਰਦਾ ਸੁਖਬੀਰ ਸਿੰਘ ਬਾਦਲ ਨੇ ਅੱਜ ਤੋਂ 10 ਸਾਲ ਪਹਿਲਾਂ ਖੇਤੀ ਏਜੰਡੇ ਤੋਂ ਲਾਤੀ ਸੀ ਸੁਖਬੀਰ ਬਾਦਲ ਨੇ ਆਪਣੇ ਟਾਈਮ 'ਚ ਲੈ ਗਈ ਸੀਗੀ। ਜਦ ਹੁਣ ਇਸ ਹਾਲਤ ਵਿੱਚ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਸਰਕਾਰਾਂ ਧੋਖੇ 'ਚ ਨਾ ਰੱਖਣ, ਸਿੱਧਾ ਤੌਰ ਤੇ ਆਪਣੇ ਆਵਾਮ ਨੂੰ ਕਹਿ ਦੇਣ ਵੀ ਭਾਈ ਖੇਤੀ ਸਾਡੇ ਏਜੰਡੇ 'ਚ ਨਹੀਂ, ਤੁਸੀਂ ਜਿਹੜਾ ਉਹ ਕਰਨਾ ਕਰ ਲਓ। ਤੇ ਦੂਜਾ ਢੰਗ ਇਹ ਹੈਗਾ ਵੀ ਉਹ ਢੰਗ ਇਹ ਹੈ ਵੀ ਮਤਲਬ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਛੋਟੇ ਕਿਸਾਨ ਮਜ਼ਦੂਰ ਬਣਦੇ ਜਾ ਰਹੇ ਆ, ਜਾਂ ਉਹਨਾਂ ਨੂੰ ਕਹਿ ਦੇਣ ਵੀ ਤੁਹਾਡਾ ਭਾਈ ਹੱਲ ਇਹੀ ਆ ਵੀ ਤੁਸੀਂ ਲੇਬਰ ਕਲਾਸ 'ਚ ਤਬਦੀਲ ਹੋ ਜਾਓ, ਜਾਂ ਫਿਰ ਦਮ ਨਾ ਭਰੋ ਵੀ ਅਸੀਂ ਖੇਤੀ ਲਈ ਕੁਝ ਕਰਾਂਗੇ। ਤੁਸੀਂ ਦਮ ਵੀ ਭਰਦੇ ਹੋ ਤੇ ਲੋਕਾਂ ਨੂੰ ਧੋਖੇ 'ਚ ਵੀ ਰੱਖਦੇ ਆ, ਇੱਥੇ ਛਲਾਵਾ ਹੋ ਰਿਹਾ। ਤੇ ਗੱਲ ਜਿਵੇਂ ਹੁਣ ਉਹ ਇੱਕ ਬੜੀ ਆ ਰਹੀ ਹੈ ਹੈਲਪਲਾਈਨ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ, ਕਈ ਬੰਦਿਆਂ ਨੇ ਤਾਂ ਸ਼ੁਗਲਾ ਜਿਹਾ ਹੀ ਬਣਾ ਰੱਖਿਆ। ਅਕਾਲੀਆਂ ਨੂੰ ਤਾਂ ਵੈਸੇ ਇੱਕ ਸਪੋਰਟ ਅਕਾਲੀ ਦਲ ਪੇਜ ਚੱਲ ਰਿਹਾ, ਉਹ ਉਹਨੂੰ ਕਰ ਰਿਹਾ, ਉਹ ਨਾਂ ਲਿਖ ਰਿਹਾ, ਉਹ ਵਿੱਚ ਲਿਖ ਰਿਹਾ ਕੀ ਕਹਿੰਦਾ ਮੈਸੇਜ ਕਰ ਰਿਹਾ ਉਸ ਨੰਬਰ 'ਤੇ ਵੀ ਮੈਂ 10 ਵਾਰ ਆਪਦਾ ਨਾਂ ਦੱਸਤਾ। ਉਹ ਹੁਣ ਆਟੋ ਰਿਪਲਾਈ ਉਹ ਕਹਿੰਦੀ 10 ਵਾਰ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀ ਭਾਸ਼ਾ ਰੱਖਣੀ ਕਿ ਹਿੰਦੀ ਰੱਖਣੀ ਕਿ ਅੰਗਰੇਜ਼ੀ ਰੱਖਣੀ ਹੈ। ਉਹ ਫੇਰ ਲਿਖਦਾ ਵੀ ਤੈਨੂੰ ਮੈਂ ਇੰਨੇ ਵਾਰੀ ਕਹਿਤਾ, ਫਿਰ ਉਹ ਕਹਿੰਦੀ ਇੰਨੇ ਵਾਰੀ ਜੀ ਤੁਸੀਂ ਆਹ ਕੀ ਕਰਨਾ। ਇਹ ਵੀ ਲੋਕਾਂ ਨੇ ਇੱਕ ਤਮਾਸ਼ਾ ਜਿਹਾ ਬਣਾ ਰੱਖਿਆ। ਬਿਲਕੁਲ ਜਿਹੜੀ ਚੀਜ਼ ਆਪਾਂ ਗੱਲ ਕਰੀਏ। ਹਾਂਜੀ ਬਿਲਕੁਲ। ਸੋ ਕੀ ਲੱਗਦਾ ਕਿ ਵੈਸੇ ਤਾਂ ਹਰੇਕ ਸਰਕਾਰ ਹੀ ਆਉਂਦੇ ਕਈ ਬੰਦੇ ਤਾਂ ਗੁੱਸਾ ਹੀ ਕਰ ਜਾਂਦੇ ਆ ਜਦੋਂ ਮੈਂ ਲਿਖਤਾ ਕਿ ਨਵਾਂ ਬਣਿਆ ਮੁੱਲਾ ਅੱਲਾ ਬਾਹਲੀ ਕਰਦਾ, ਤੇ ਉਹ ਬਾਹਲੇ ਤਾਂ ਹੋਰ ਪਾਸੇ ਲੈ ਕੇ ਮੈਂ ਲਿਖਿਆ ਤਾਂ ਕਿਸੇ ਹੋਰ ਸੰਬੰਧ ਦੇ ਵਿੱਚ ਸੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀਆਂ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀਆਂ, ਤੇ ਹੁਣ ਵੀ ਤੁਸੀਂ ਐਡਾ ਵੱਡਾ ਏਜੰਡਾ ਕਰਕੇ ਗੱਲ ਕਰਦੇ ਹੋ। ਕੀ ਲੱਗਦਾ ਤੁਹਾਨੂੰ ਕਿ ਇਹ ਕੋਈ ਗੱਲ ਸਿਰੇ ਲੱਗੂਗੀ? ਦੇਖੋ ਮੈਂ ਤਾਂ ਇੱਕ ਆਸ ਕਰ ਸਕਦਾ ਹੁੰਦਾ ਹੈ, ਕਿਉਂਕਿ ਵੀ ਪਹਿਲੀ ਗੱਲ ਹੈਗੀ ਆ ਵੀ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਸੱਤਾ 'ਚ ਆਏ ਹੋ, ਵਧੀਆ ਕੰਮ ਕਰੋਗੇ, ਨੰਬਰ 1। ਨੰਬਰ 2 ਕਿ ਉਹ ਜਿਹੜੀ ਅਸੀਂ ਆਸ ਕਰਦੇ ਹਾਂ ਤੇ ਤੁਸੀਂ ਵਾਅਦਾ ਕੀਤਾ, ਉਹ ਵਾਅਦੇ ਵਿੱਚ ਇਮਾਨਦਾਰੀ ਦਿਖਣੀ ਚਾਹੀਦੀ ਹੈ, ਤੇ ਮੈਂ ਫਿਰ ਵੀ ਇਹ ਆਸ ਕਰਦਾ ਇਮਾਨਦਾਰੀ ਦਿਖੂਗੀ। ਤੀਜੀ ਗੱਲ ਇਹ ਹੈਗੀ ਆ ਕਿ ਉਹ ਇਮਾਨਦਾਰੀ ਦਿਖਾਉਣ ਲਈ ਤੁਸੀਂ ਕਿਹੜੇ ਕਦਮ ਚੁੱਕ ਰਹੇ ਹੋ, ਹਾਲੇ ਤੱਕ ਮੈਨੂੰ ਕਦਮ ਨਹੀਂ ਦਿਖੇ ਹੈਗੇ ਜੀ। ਤੇ ਮੈਂ ਫਿਰ ਵੀ ਆਸ ਕਰਦਾ ਵੀ ਹਲੇ ਦਿਨ ਥੋੜੇ ਨੇ ਤੇ ਉਹ ਵੀ ਜਿਹੜੇ ਦਿਖਣ, ਮਤਲਬ ਤੁਹਾਡੀ ਇਮਾਨਦਾਰੀ ਵੀ ਸਾਨੂੰ ਝਲਕੀ। ਸੋ ਇਸ ਕਰਕੇ ਮੈਂ ਇਹੋ ਜਿਹੇ ਮਾਮਲੇ 'ਚ, ਕਿਉਂਕਿ ਦੇਖੋ ਦੋ ਤਰ੍ਹਾਂ ਦੇ ਮਾਮਲੇ ਸਵਰਨ ਜੀ, ਇੱਕ ਤਰ੍ਹਾਂ ਦੇ ਮਾਮਲੇ ਹੈਗੇ ਜਿਹਦੇ ਵਿੱਚ ਥੋੜਾ ਜਿਹਾ ਚਿਰੋਕਣੀ ਟਾਈਮ ਲੱਗੂਗਾ ਤੁਹਾਨੂੰ, ਠੀਕ ਹੈ। ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਅੱਜ ਹੀ ਕਰ ਦੋ ਫੱਟੇ ਚੱਕ ਦੋ। ਹੁਣ ਜਿਵੇਂ ਤੁਹਾਡੀ ਖੇਤੀ ਨੂੰ ਸੁਧਾਰਨਾ, ਤੁਹਾਡੇ ਬੀਜਾਂ ਦਾ ਮਸਲਾ, ਤੁਹਾਡੀ ਤੁਹਾਡਾ ਜਿਹੜਾ ਹੈਗਾ ਪੂਰੇ ਪੰਜਾਬ ਦੀ ਗਰੋਥ ਵਾਲਾ ਮਸਲਾ, ਪੰਜਾਬ ਦੇ ਸਰਬਪੱਖੀ ਵਿਕਾਸ ਵਾਲਾ ਮੁੱਦਾ, ਇਹ ਟਾਈਮ ਲੱਗੂ। ਇਹ ਮੈਂ ਵੀ ਨਹੀਂ ਕਹਿ ਸਕਦਾ ਵੀ 2 ਦਿਨਾਂ 'ਚ ਕਰ ਦੋ। ਅੱਛਾ, ਕੁਝ ਇਹੋ ਜਿਹੇ ਮੁੱਦੇ ਆ ਜਿਹਦੇ ਵਿੱਚੋਂ ਲੱਛਣ ਦਿਖ ਜਾਂਦੇ ਨੇ, ਜਿਵੇਂ ਪਿਛਲੀ ਵਾਰ ਭਾਰਤ ਸਭਾ ਦੇ ਮੈਂਬਰਾਂ ਦੇ ਮੁੱਦੇ ਦੇ ਉੱਤੇ ਬੋਲੇ ਸੀਗੇ, ਉਹ ਸਿੱਧੀ ਗੱਲ ਵੀ ਉਹ ਤੁਸੀਂ ਗਲਤੀ ਕੀਤੀ ਹੈ, ਉਹਦੇ ਲਈ ਅਸੀਂ ਆਲੋਚਨਾ ਕਰਾਂਗੇ। ਤੇ ਅੱਛਾ, ਜੇਕਰ ਕੋਈ ਏਦਾਂ ਦੇ ਹੋਰ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਤੁਸੀਂ ਗਲਤੀ ਕਰੋਗੇ, ਫੜੇ ਜਾਓਗੇ। ਪਰ ਇਹ ਚੀਜ਼ ਹੈ ਕਿ ਜਿਹੜੇ ਕੰਮ ਸਾਨੂੰ ਲੱਗਦਾ ਵੀ ਠੀਕ ਆ ਵੀ ਕਈ ਅਸੀਂ ਖੇਤੀਬਾੜੀ ਦਾ ਸਿਸਟਮ ਜਿਹਨੂੰ ਠੀਕ ਕਰਨ ਲਈ ਸਾਨੂੰ ਹਾਲੇ ਸਾਲ ਖੰਡ ਲੱਗੂ, ਹਾਂ ਮੰਨ ਲਿਆ ਭਾਈ, ਕਿਉਂਕਿ ਦੂਜਿਆਂ ਤੋਂ ਇੰਨੇ ਸਾਲ 'ਚ ਨਹੀਂ ਹੋਇਆ, ਅਸੀਂ ਤੁਹਾਨੂੰ ਸਾਲ ਦੇ ਦਿੰਦੇ ਹਾਂ, 2 ਸਾਲ ਦੇ ਦਿੰਦੇ ਹਾਂ, ਪਰ ਤੁਹਾਡੇ ਕੰਮ ਕੀਤੇ ਹੋਏ ਦਿਖਣ। ਤੇ ਅਸੀਂ ਅੱਜ ਦੀ ਘੜੀ ਤੁਸੀਂ ਨਵੇਂ ਹੋ, ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ। ਤੇ ਜੇ ਮਤਲਬ ਸਾਨੂੰ ਲੱਗਿਆ ਵੀ ਸਾਡੀ ਆਸ ਨਹੀਂ ਪੂਰੀ ਹੋਈ ਤਾਂ ਅਸੀਂ ਆਪਣੇ ਮੀਡੀਆ ਵਾਲਾ ਫਰਜ਼ ਨਿਭਾਵਾਂਗੇ। ਜੀ। ਸੋ ਹੋਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲਵਾਂਗੇ। ਇਸ ਤੋਂ ਇਲਾਵਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਸਰਦਾਰ ਕੁਲਤਾਰ ਸਿੰਘ ਸੰਘੇੜਾ ਹੋਰਾਂ ਦਾ,
ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਜਿਹੜੀ ਮਾਈਕ ਸਹਾਇਤਾ ਜਿਹੜੀ ਭੇਜੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਅਤੇ ਤੁਹਾਡੀ ਬਦੌਲਤ ਹੀ ਰੇਡੀਓ ਪੰਜਾਬ ਟੂਡੇ ਜਿਹੜਾ ਅੱਗੇ ਚੱਲਦਾ ਰਹੇਗਾ, ਕਿਉਂਕਿ ਹਮੇਸ਼ਾ ਹੀ ਕਈ ਅਦਾਰੇ ਇਹੋ ਜਿਹੇ ਹੁੰਦੇ ਆ ਜਿਹੜੇ ਲਿਸਨਰਸ ਦੀ ਸਪੋਰਟ ਦੇ ਨਾਲ ਹੀ ਚੱਲਦੇ ਨੇ। ਲਿਸਨਰਸ ਤੋਂ ਬਿਨਾਂ ਪੈੜ ਪੁੱਟਣੀ ਜਿਹੜੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਸੋ ਇੱਕ ਵਾਰ ਜਿਹੜਾ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਗੁਰਜੀਤ ਦੀ ਆਵਾਜ਼ ਦੇ ਵਿੱਚ ਤੁਹਾਨੂੰ ਕੁਝ ਪੁਰਾਣੇ ਜਿਹੜੀਆਂ ਰਸਮਾਂ ਨੇ, ਪੁਰਾਣੀਆਂ ਕੁਝ ਗੱਲਾਂ ਨੇ, ਉਹ ਤੁਹਾਨੂੰ ਅਸੀਂ ਸੁਣਾਵਾਂਗੇ। ਸੋ ਅੱਜ ਅਸੀਂ ਘਰੇਲੂ ਵਸਤਾਂ ਦੇ ਉੱਤੇ ਜਾਂ ਵਿਆਹਾਂ ਦੀਆਂ ਰਸਮਾਂ ਦੇ ਉੱਤੇ ਜੇਕਰ ਗੱਲਬਾਤ ਆ ਉਹ ਤੁਹਾਨੂੰ ਸੁਣਾਵਾਂਗੇ। ਸੋ ਤੁਸੀਂ ਇਹ ਗੱਲਬਾਤ ਜ਼ਰੂਰ ਸੁਣਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੈਨੂੰ ਹੁਣ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਫਿਰ ਮੁਲਾਕਾਤ ਹੋਏਗੀ ਕੱਲ੍ਹ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।